ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਮੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਕਮ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਨ ਗੁਣ ਕੇ ਭਨਹਿ ਮਰਦਾਨਾ, ਸੋ ਦੀਜੈ ਜੋ ਨੀਕੋ ਜਾਨਾ। ਜਿਉ ਮੁਝ ਭਲਾ ਹੋਏ ਸੁਖ ਪੁੰਜਾ, ਸੋ ਦੇਵੋ ਕਿਉ ਹੋਵੋ ਰੰਜਾ। ਮਨ ਗੁਣ ਕੇ ਭਨਹਿ ਮਰਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ। ਮਨੁੱਖ ਜੀਵਨ ਦੀ ਸਫਲਤਾ ਦਾ ਮਾਰਗ ਪ੍ਰਾਚੀਨ ਸਮੇਂ ਤੋਂ ਜ਼ਿੰਦਗੀ ਦੀ ਸਫਲਤਾ ਲਈ ਪਰਮੇਸ਼ਵਰ ਦੀ ਪ੍ਰਾਪਤੀ ਕਰਕੇ ਹੀ ਜੀਵਨ ਮੁਕਤ ਜੀਵ ਹੁੰਦਾ ਹੈ। ਕਲਯੁਗ ਦੇ ਸਮੇਂ ਵਿੱਚ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਦਾ ਮਾਰਗ ਤਥਾ ਧਰਮ ਸਿੱਖ ਪੰਥ ਸਾਹਿਬ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਇਹ ਜੋ ਮਨੁੱਖ ਜਨਮ ਮਰਨ ਵਿੱਚ ਹੈ, ਦੁੱਖਾਂ ਮੁਸੀਬਤਾਂ ਵਿੱਚ ਖਚਤ ਰਹਿੰਦਾ ਹੈ, ਬਾਰ-ਬਾਰ ਅਨੇਕ ਪ੍ਰਕਾਰ ਦੀਆਂ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ। ਇਸ ਤੋਂ ਛੁਟਕਾਰੇ ਲਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਆਪ ਆਪਣੇ ਜੀਵਨ ਵਿੱਚ ਜੋ ਕੁਛ ਸਿੱਖ ਨੂੰ, ਜਗਿਆਸੂਆਂ ਨੂੰ ਸਿਖਾਉਣਾ ਹੈ, ਉਸ ਨੂੰ ਆਪ ਜੀਵਨ ਵਿੱਚ ਧਾਰਨ ਕਰਕੇ ਸਾਨੂੰ ਸੱਚ ਧਰਮ ਦਾ ਮਾਰਗ, ਜੀਵਨ ਦੀ ਸਫਲਤਾ ਦਾ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਦਰਸਾਇਆ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਨੇ। ਸ੍ਰੀ ਸੁਲਤਾਨਪੁਰ ਸਾਹਿਬ ਵਿੱਚ ਮੋਦੀ ਖਾਨਾ ਨਵਾਬ ਦਾ ਸ਼ੁਰੂ ਕੀਤਾ ਹੋਇਆ।
ਸਤਿਗੁਰੂ ਪਰਮੇਸ਼ਰ ਰੂਪ ਹਨ। ਗੁਰੂ ਦਾ ਬਿਰਧ ਹੈ ਪਰਮੇਸ਼ਵਰ ਦਾ ਹੈ। ਗਰੀਬਾਂ ਨੂੰ, ਅਨਾਥਾਂ ਤੇ ਯਤੀਮਾਂ ਨੂੰ ਪਰਮੇਸ਼ਵਰ ਦੇ ਬੰਦਗੀ ਵਾਲੇ ਸੰਤਾਂ ਮਹਾਤਮਾ ਦੀ ਪਰਵਰਿਸ਼ ਕਰਨੀ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਟ ਸਾਹਿਬ ਤੇ ਤੋ ਸਾਧੂਆਂ ਦੀ, ਗਰੀਬਾਂ, ਅਨਾਥਾਂ ਦੀ ਭੀੜ ਲੱਗੀ ਰਹਿੰਦੀ ਹੈ। ਗੁਰੂ ਪਾਤਸ਼ਾਹ ਬਸਤਰ ਵਾਲੇ ਨੂੰ ਬਸਤਰ ਦਿੰਦੇ ਨੇ, ਧਨ ਵਾਲੇ ਨੂੰ ਧਨ, ਅੰਨ ਵਾਲੇ ਨੂੰ ਅੰਨ, ਇਸ ਤਰ੍ਹਾਂ ਝੋਲੀਆਂ ਭਰ ਭਰ ਕੇ ਦੇਈ ਜਾਂਦੇ। ਗੁਰੂ ਸਾਹਿਬ ਦਾ ਜਸ ਸਾਰੇ ਪਾਸੇ ਫੈਲ ਰਿਹਾ ਹੈ। ਜਿਹੜੇ ਦੁਨੀਆ ਦੇ ਆਸਤਕ ਲੋਕ ਨੇ ਸਭ ਸੋਭਾ ਕਰ ਰਹੇ ਨੇ, ਵਡਿਆਈਆਂ ਮਹਿਮਾ ਕਰ ਰਹੇ ਨੇ। ਤੋ ਗਰੀਬ ਨੂੰ ਅੱਜ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਸ੍ਰੀ ਗੁਰੂ ਨਾਨਕ ਮਹਾਰਾਜ ਦੀ ਸੋ ਸਗਾਈ ਕੀਤੀ ਗਈ ਹੈ ਸ੍ਰੀ ਸੁਲਤਾਨਪੁਰ ਸਾਹਿਬ ਦੇ ਵਿੱਚ। ਸੋ ਇਸ ਪ੍ਰਕਾਰ ਸਤਿਗੁਰੂ ਜੀ ਦੇ ਸੋ ਜੋ ਮਹਾਰਾਜ ਦਾ ਦਾਦਕਾ ਪਰਿਵਾਰ ਹੈ ਉਹ ਵੀ ਪਹੁੰਚਾ ਹੈ, ਨਾਨਕਾ ਪਰਿਵਾਰ ਵੀ ਪਹੁੰਚਾ ਹੈ। ਇਕੱਤਰ ਹੋ ਕੇ ਸੁਲਤਾਨਪੁਰ ਸਾਹਿਬ ਤੋਂ ਜਾ ਕਰਕੇ ਪੱਖੋ ਕੇ ਰੰਧਾਵੇ ਦੇ ਵਿੱਚ ਸੋ ਜੋ ਮਰਜ਼ਾਦਾ ਸੀ, ਇੱਧਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸ਼ਗਨ ਲਾਤਾ। ਸੋ ਇਸ ਪ੍ਰਕਾਰ ਸਗਾਈ ਕਰ ਦਿੱਤੀ ਹੈ। ਫਿਰ ਆਪਣੀ ਤਰਫੋਂ ਇਸ ਨੂੰ ਕਵੀ ਜੀ ਨੇ ਚੌਕੜ ਲਿਖਿਆ, ਚੌਕੜ ਖਰਚਣਾ, ਜੋ ਮਰਜ਼ਾਦਾ ਕਰਨੀ ਸੀ ਜਾ ਕਰਕੇ ਇਸ ਪ੍ਰਕਾਰ। ਸੋ ਮੂਲ ਚੋਣਾ ਇਸ ਪ੍ਰਕਾਰ ਮੂਲ ਚੰਦ ਨਾਮ ਸੀ ਚੋਣਾ ਗੋਤ, ਉਹਨਾਂ ਦੇ ਕੋਲ ਜਾ ਕਰਕੇ ਸਾਰੀ ਮਰਜ਼ਾਦਾ ਕੀਤੀ। ਵਾਪਸ ਆਏ ਨੇ। ਹੁਣ ਜਿਸ ਵੇਲੇ ਸੁਲਤਾਨਪੁਰ ਸਾਹਿਬ ਤੋਂ ਸਤਿਗੁਰੂ ਜੀ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ, ਚਾਚਾ ਲਾਲ ਚੰਦ ਜੀ, ਇਹ ਹੁਣ ਤਿਆਰੀ ਕਰਕੇ ਔਰ ਨਾਨਕਾ ਪਰਿਵਾਰ ਤਿਆਰੀ ਕਰਕੇ ਵਾਪਸੀ ਦੀ ਕਰ ਰਹੇ ਨੇ। ਤੋ ਇਸ ਪ੍ਰਕਾਰ ਮਰਦਾਨਾ ਨਾਲ ਗਿਆ ਹੋਇਆ ਹੈ, ਗੁਰੂ ਘਰ ਦਾ ਸੇਵਾਦਾਰ ਹੈ। ਤੋ ਜਿਸ ਵੇਲੇ ਤਿਆਰੀ ਹੋ ਗਈ ਹੈ, ਮਰਦਾਨਾ ਧੰਨ ਗੁਰੂ ਨਾਨਕ ਸਾਹਿਬ ਕੋਲ ਪਹੁੰਚਾ। ਕਹਿੰਦਾ ਮਹਾਰਾਜ ਮੈਂ ਤੁਹਾਡੇ ਘਰ ਦਾ ਸੇਵਾਦਾਰ ਮਰਾਸੀ ਡੂਮ ਹਾਂ, ਤੁਸਾਂ ਨੇ ਬਹੁਤ ਤੋ ਮਹਾਰਾਜ ਸੱਚੇ ਪਾਤਸ਼ਾਹ ਦਾਨ ਕੀਤਾ, ਹੁਣ ਤੁਹਾਡੀ ਕੁੜਮਾਈ ਹੋਈ ਹੈ। ਤੇ ਮਹਾਰਾਜ ਕਹਿੰਦਾ ਕਿ ਮੈਨੂੰ ਵੀ ਵਧਾਈ ਦਿਓ ਆਪਣੀ ਕੁੜਮਾਈ ਦੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਮਰਦਾਨਾ ਤੁਸੀਂ ਲੋਕ ਧਨ ਤੇ ਅੰਨ ਦੀ ਹੀ ਜ਼ਿਆਦਾ ਲੋੜ ਸਮਝ ਕਰਕੇ ਤੇ ਮੰਗ ਕਰਕੇ ਇਸ ਪ੍ਰਕਾਰ ਇੱਥੋਂ ਤੱਕ ਹੀ ਤੁਸੀਂ ਸਮਝ ਰੱਖਦੇ ਹੋ। ਪਰ ਮਰਦਾਨਾ ਅਸੀਂ ਚਾਹੁੰਦੇ ਹਾਂ ਤੈਨੂੰ ਕੋਈ ਚੰਗੀ ਚੀਜ਼ ਦੇ ਦਈਏ, ਪਰ ਸਾਨੂੰ ਇੱਕ ਗੱਲ ਦਾ ਇਸ ਪ੍ਰਕਾਰ ਖਤਰਾ ਕਿਤੇ ਤੂੰ ਨਾਰਾਜ਼ ਨਾ ਹੋ ਜਾਏ। ਮਰਦਾਨਾ ਕਹਿੰਦਾ ਮਹਾਰਾਜ ਵੀ ਜੇ ਤੁਸੀਂ ਕੋਈ ਚੰਗੀ ਵਸਤੂ ਦਿਓਗੇ ਤੇ ਮੈਂ ਨਾਰਾਜ਼ ਕਿਉਂ ਹੋਊਂਗਾ। ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਮਰਦਾਨਾ ਸੋਚ ਕੇ ਕਹਿੰਦਾ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ, ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦਾਤ ਦੇਣ ਲੱਗੇ ਨੇ, ਮਰਦਾਨਾ ਲੈਣ ਲੱਗਾ ਹੈ। ਤੋ ਕਵੀ ਜੀ ਬੜੇ ਸੁੰਦਰ ਢੰਗ ਦੇ ਨਾਲ ਸਾਹਿਬ ਗੁਰੂ ਨਾਨਕ ਸਾਹਿਬ ਦੇ ਲੜੀਵਾਰ ਇਤਿਹਾਸ ਦੇ ਵਿੱਚ ਪ੍ਰਸੰਗ ਦਾ ਬਿਆਨ ਕਰ ਰਹੇ ਨੇ। ਆਓ ਪਿਆਰ ਪੂਰਵਕ ਸਰਵਣ ਕਰੀਏ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੈਸੀਆਂ ਬਖਸ਼ਿਸ਼ਾਂ ਕਰਦੇ ਹਨ। ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਗੁਣ ਕੇ ਭਨਹਿ ਮਰਦਾਨਾ, ਵਿਚਾਰ ਕਰਕੇ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਾ ਹੈ, ਸੋ ਦੀਜੇ ਜੋ ਨੀਕੋ ਜਾਨਾ। ਗਰੀਬ ਨਵਾਜ ਪਾਤਸ਼ਾਹ ਮੈਂ ਕੀ ਮੰਗਾ, ਤੁਸੀਂ ਕਿਰਪਾ ਕਰੋ, ਜੋ ਮਹਾਰਾਜ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹੀ ਦਾਤ ਦਿਓ ਮੈਨੂੰ। ਜਿਉ ਮੁਝ ਭਲਾ ਹੋਏ ਸੁਖ ਪੁੰਜਾ, ਜਿਸ ਤਰ੍ਹਾਂ ਹੈ ਸੁੱਖਾਂ ਦੇ ਪੁੰਜ ਖਜ਼ਾਨੇ, ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਦਾਤ ਦਿਓ ਜਿਹਦੇ ਨਾਲ ਮੇਰਾ ਭਲਾ ਹੋਵੇ ਜੀ। ਸੋ ਦੇਵੋ ਕਿਉ ਹੋਵੋ ਰੰਜਾ, ਜਦੋਂ ਮਹਾਰਾਜ ਮੈਨੂੰ ਤੁਸੀਂ ਪਰਲੋਕ ਦੇ ਸੁੱਖ, ਇਸ ਦੁਨੀਆ ਦੇ ਸੁੱਖ ਦੇਣ ਵਾਸਤੇ ਬਖਸ਼ਿਸ਼ ਕਰੋਗੇ, ਮਾਰੇ ਫਿਰ ਮੈਂ ਨਾਰਾਜ਼ ਕਿਉਂ ਹੋਵਾਂਗਾ ਜੀ। ਬੋਲੇ ਕਮਲ ਨੈਣ ਤੁਝ ਦੀਨੋ, ਮੇਰੇ ਧੰਨ ਗੁਰੂ ਨਾਨਕ ਸਾਹਿਬ ਕਮਲ ਸਰੀਖੇ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਦਾਤ ਦੇਣ ਲੱਗੇ ਨੇ। ਕਹਿੰਦੇ ਚੰਗਾ ਮਰਦਾਨਾ ਪੇ ਤੈਨੂੰ ਅਸੀਂ ਦਾਤ ਦਿੰਦੇ ਹਾਂ। ਬਾਦਤ ਤੰਤ ਬਜਾਵਨ ਚੀਨੋ, ਤੰਤੀ ਸਾਜ ਵਜਾਉਣ ਦਾ ਤੇ ਇਸ ਪ੍ਰਕਾਰ ਤੈਨੂੰ ਜਾਣਦਾ ਅਸੀਂ ਗੁਣ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨੇ ਰਾਗ ਗਾਉਣਾ ਤੇ ਸਾਜ ਵਜਾਉਣਾ ਇਹ ਵਰ ਦੇ ਨਾਲ ਹੀ ਮਰਦਾਨੇ ਨੂੰ ਬਖਸ਼ਿਸ਼ ਕਰ ਦਿੱਤੇ ਨੇ। ਕਹਿੰਦੇ ਤੰਤੀ ਸਾਜ, ਤਾਰ ਦਾ ਸਾਜ, ਰਬਾਬ ਤਾਰ ਦਾ ਸਾਜ ਸੀ, ਤਾਰ ਦੇ ਦਾ ਸਾਜ ਵਜਾਉਣਾ ਤੇ ਸੁੰਦਰ ਰਾਗ ਗਾਉਣਾ। ਮਰਦਾਨਾ ਤੈਨੂੰ ਅਸੀਂ ਦਾਤ ਬਖਸ਼ਿਸ਼ ਕਰ ਦਿੱਤੀ। ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਜਾ ਗੁਣ ਤੇ ਮਨ ਹਰ ਕਰ ਸੋਕੂ, ਜਿਸ ਗੁਣ ਦੇ ਨਾਲ
ਕਹਿੰਦੇ ਮਰਦਾਨਾ ਤੂੰ ਸਾਰੇ ਮਨ ਦੇ ਸੋਗ ਚਿੰਤਾ ਦੂਰ ਕਰ ਲਵੇਂਗਾ। ਬੰਧਨ ਤਜ ਹੋਵੇ ਸੁਖ ਦਵੈ ਲੋਕੂ। ਦੋਨਾਂ ਹੀ ਲੋਕਾਂ ਦੇ ਵਿੱਚ ਸੁੱਖ ਮਿਲੇਗਾ, ਤੇਰੇ ਜੀਵਨ ਦੇ ਬੰਧਨ ਸਾਰੇ ਦੂਰ ਹੋ ਜਾਣਗੇ। ਹਰ ਗੁਣ ਗਾਵਨ ਕੇ ਰਸ ਮਾਹੀ। ਦੇਖ ਹਰੀ ਪਰਮੇਸ਼ਵਰ ਦੇ ਗੁਣਾਂ ਦੇ ਗਾਉਣ ਦੇ ਆਨੰਦ ਵਿੱਚ ਪਰਚੇ ਮਨ ਅਵਗੁਣ ਮਿਟ ਜਾਹੀ। ਜਦੋਂ ਤੇਰਾ ਮਨ ਪਰਚੇਗਾ ਸਾਰੇ ਔਗਣ ਮਿਟ ਜਾਂਦੇ ਹਨ। ਅਸ ਗੁਣ ਸੋ ਅਭਿਲਾਖਾ ਮੇਰੀ। ਗੁਰੂ ਪਾਤਸ਼ਾਹ ਕਹਿੰਦੇ ਨੇ ਸਾਡੀ ਇੱਛਾ ਹੈ ਕਿ ਮਰਦਾਨਾ ਕਿ ਤੂੰ ਐਸਾ ਗੁਣ ਜਿਹੜਾ ਹੈ ਉਸ ਦਾ ਧਾਰਨੀ ਹੋ ਜਾਵੇਂ। ਰਹਿ ਸੰਗ ਜੇ ਹੋਵੇ ਗਤ ਤੇਰੀ। ਜੇ ਇਸ ਗੁਣ ਦੇ ਸਹਿਤ ਹੋ ਕੇ ਮਰਦਾਨਾ ਜੇ ਤੂੰ ਸਾਡਾ ਹੀ ਸਾਥੀ ਬਣਿਆ ਰਵੇਂਗਾ ਨਾ, ਤੇਰੀ ਮੁਕਤੀ ਹੋ ਜਾਏਗੀ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਤਿਹਾਸ ਦੱਸਦਾ ਹੈ ਕਿ ਮਰਦਾਨਾ ਇਹਦੀ ਮਾਤਾ ਜੀ ਜਿਹੜੇ ਸਨ ਨਾ, ਗੁਰੂ ਪਾਤਸ਼ਾਹ ਜੀ ਦਾ ਹਮ ਉਮਰ ਸੀ, ਤੇ ਭਾਈ ਬਾਲਾ ਜੀ, ਇਹ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਤੇ ਹੋਰ ਬੱਚੇ ਇਹ ਹਮ ਉਮਰ ਹੀ ਨੇ, ਨੇੜੇ ਨੇੜੇ ਦੇ ਇਕੱਠੇ ਖੇਡਦੇ ਸਨ। ਮਰਦਾਨਾ ਜਿਹੜਾ ਸੀ, ਇਸ ਦੀ ਮਾਤਾ ਨੇ ਕਹਿੰਦੇ ਆਵਾਜ਼ ਮਾਰੀ ਤੇ ਨਾਂ ਰੱਖਿਆ ਸੀ ਮਰਨਾ। ਇਸ ਪ੍ਰਕਾਰ ਸੋ ਇਹਦਾ ਨਾਮ ਮਰਨਾ ਰੱਖਿਆ ਸੀ। ਗੁਰੂ ਨਾਨਕ ਸਾਹਿਬ ਖੇਲਦੇ ਸਨ, ਮਾਤਾ ਨੇ ਆਵਾਜ਼, ਵੇ ਮਰਨਿਆ ਆ ਜਾ ਹੁਣ ਘਰ ਚਲੀਏ। ਗੁਰੂ ਨਾਨਕ ਸਾਹਿਬ ਮਾਤਾ ਕੋਲ ਚਲੇ ਗਏ। ਕਹਿੰਦੇ ਮਾਂ ਜੀ ਤੁਸੀਂ ਇਹਦਾ ਨਾਮ ਮਰਨਾ ਕਿਉਂ ਰੱਖਿਆ? ਮਾਤਾ ਕਹਿੰਦੀ ਪੁੱਤਰ ਕੀ ਦੱਸਾਂ, ਇਸ ਤੋਂ ਪਹਿਲਾਂ ਮੇਰੇ 7 ਪੁੱਤਰ ਹੋਏ ਨੇ, ਉਹ ਥੋੜੀ ਉਮਰ ਦੇ ਹੋ ਕੇ ਮਰ ਜਾਂਦੇ ਨੇ। ਮੈਂ ਨਾ ਹੀ ਇਹਦਾ ਮਰਨਾ ਰੱਖਿਆ ਹੋਇਆ ਵੀ ਨਾ ਮੋਹ ਪਵੇ ਤੇ ਨਾ ਮੁੜ ਕੇ ਦੁੱਖ ਹੋਵੇ। ਪਤਾ ਵੀ ਮਰਦੇ, ਜੇ 7 ਮਰ ਗਏ ਨੇ ਕਿੱਥੋਂ ਰਹਿਣਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਾਤਾ ਜੇ ਇੱਕ ਬਚਨ ਮੰਨ ਲਵੇਂ ਤੇ ਇਹ ਨਾ ਮਰੇ। ਕਹਿਣ ਲੱਗੀ ਪੁੱਤ ਹੋਰ ਕੀ ਚਾਹੀਦਾ, ਦੁਨੀਆ 'ਚ ਇਹੋ ਹੀ ਖਾਸ਼ ਹੁੰਦੀ ਹੈ, ਪੁੱਤਰ ਨਿਸ਼ਾਨ ਦੁਨੀਆ ਦਾ। ਜੇ ਮੇਰਾ ਪੁੱਤ ਜਿਉਂਦਾ ਰਹੇ ਤੇ ਮੈਨੂੰ ਹੋਰ ਕੀ ਚਾਹੀਦਾ। ਚੰਗਾ ਮਾਤਾ ਇੱਕ ਬਚਨ ਰਿਹਾ ਕਿ ਤੂੰ ਸਾਡਾ ਬਚਨ ਮੰਨੀ, ਅਸੀਂ ਇਹਨੂੰ ਸਾਥੀ ਬਣਾਉਣਾ ਤੇ ਇਹਨੂੰ ਹੁਣ ਮਰਦਾ ਨਾ, ਹੁਣ ਮਰੇਗਾ ਨਹੀਂ। ਇਹ ਸਤਿਗੁਰੂ ਨੇ ਬਚਪਨ ਵਿੱਚ ਹੀ ਇਸ ਨੂੰ ਬਚਨ ਕੀਤਾ ਹੋਇਆ ਸੀ ਇਹਦੀ ਮਾਤਾ ਦੇ ਨਾਲ। ਇਹਦਾ ਨਾਂ ਹੀ ਮਰਦਾਨਾ ਤਾਂ ਗੁਰੂ ਨਾਨਕ ਨੇ ਰੱਖ ਦਿੱਤਾ ਸੀ, ਮਰਦਾ ਨਾ, ਇਹ ਹੁਣ ਮਰੇਗਾ ਨਹੀਂ। ਤੇ ਹੁਣ ਗੁਰੂ ਪਾਤਸ਼ਾਹ ਮਹਾਰਾਜ ਦੇ ਗੁਰੂ ਘਰ ਦਾ ਫਿਰ ਇਹ ਸੇਵਕ ਬਣਿਆ ਸੀ। ਇਸ ਤਰੀਕੇ ਦੇ ਨਾਲ ਹੁਣ ਖੁਸ਼ੀ ਦਾ ਸਮਾਂ ਆਇਆ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸੋਚ ਰਹੇ ਨੇ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਹੱਟ ਸਾਹਿਬ ਸ਼ੁਰੂ ਕਰ ਲਿਆ ਮੋਦੀਖਾਨੇ ਦਾ ਕੰਮ, ਤੇ ਭਾਈ ਬਾਲਾ ਜੀ ਸੰਧੂ ਜੱਟ ਹਨ, ਇਹਨਾਂ ਨੇ ਬੇਨਤੀ ਇੱਕ ਦਿਨ ਕੀਤੀ, ਪਿੱਛੇ ਪ੍ਰਸੰਗ ਆਇਆ, ਕਹਿੰਦੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਖੱਤਰੀਆਂ ਦੇ ਪੁੱਤਰ, ਤੁਸੀਂ ਤਾਂ ਆਪਣੀ ਦੁਕਾਨ ਕੰਮ ਸ਼ੁਰੂ ਕਰ ਲਿਆ, ਅਸੀਂ ਜੱਟ ਪੁੱਤ ਹਾਂ, ਮੈਨੂੰ ਆਗਿਆ ਦਿਓ ਮੈਂ ਵੀ ਘਰੇ ਜਾ ਕੇ ਆਪਣਾ ਕੰਮ ਸ਼ੁਰੂ ਕਰਾਂ, ਆਪਣਾ ਹਲ ਵਾਵਾਂਗੇ, ਰੋਟੀ ਖਾਵਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੋ ਇਸ ਪ੍ਰਕਾਰ ਭਾਈ ਬਾਲਾ ਜੀ ਉਦਾਸ ਨਾ ਹੋ, ਆਹ ਤੇ 4 ਦਿਨ ਅਸੀਂ ਖੇਲ ਮੱਲ ਜੀ ਕਰਨੀ ਹੈ, ਥੋੜਾ ਜਿਹਾ ਖੇਲ ਆਏ, ਜਿਹੜਾ ਕੰਮ ਹੈ ਅਸੀਂ ਫਿਰ ਬਾਅਦ ਚ ਕਰਨਾ ਹੈ, ਤੂੰ ਉਦਾਸ ਕਿਉਂ ਹੁੰਨਾ ਹੈ, ਤੂੰ ਤੇ ਸਾਡੇ ਨਾਲ ਹੀ ਰਹਿਣਾ। ਸੋ ਇਸ ਤਰੀਕੇ ਨਾਲ ਭਾਈ ਬਾਲਾ ਜੀ ਦਾ ਚਿੱਤ ਸ਼ਾਂਤ ਕੀਤਾ ਸੀ। ਹੁਣ ਗੁਰੂ ਸਾਹਿਬ ਦੀ ਸਗਾਈ ਹੋਈ ਹੈ ਤੇ ਮਰਦਾਨੇ ਨੂੰ ਬਚਨ ਕਰ ਲਿਆ, ਜੇ ਸਾਡੇ ਸੰਗੀ ਰਹੇਗਾ, ਇਸ ਪ੍ਰਕਾਰ ਇਹ ਤੰਤੀ ਸਾਜ ਦਾ ਵਜਾਉਣਾ ਤੇ ਰਾਗ ਦਾ ਗਾਉਣਾ ਕਰਦਾ ਰਵੇਂਗਾ ਨਾ, ਤੇ ਤੇਰੀ ਮੁਕਤੀ ਹੋ ਜਾਏਗੀ। ਇਉਂ ਗੁਰੂ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਵਾਸਤੇ ਦੁਨੀਆ ਦੇ ਭਲੇ ਦਾ ਪ੍ਰਬੰਧ ਕਰ ਰਹੇ ਹਨ। ਇਉਂ ਸੁਣ ਹਰਖ ਉਠਿਓ ਮਰਦਾਨਾ। ਇਉਂ ਸੁਣ ਕਰਕੇ ਬਚਨ ਮਰਦਾਨਾ ਖੁਸ਼ ਹੋ ਗਿਆ। ਉਚਰਿਓ ਸ੍ਰੀ ਨਾਨਕ ਕਲਿਆਣਾ। ਤੇ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਕਲਿਆਣ ਇਸ ਪ੍ਰਕਾਰ ਉਚਾਰਨ ਕੀਤਾ। ਉਹ ਇਸ ਤਰ੍ਹਾਂ ਕਰਦੇ ਹਨ, ਪਿਤਾ ਪਿਤਾ ਮੈਂ ਪਰ ਪੁੰਨ ਪਰ ਕੇ। ਇਹ ਕਲਿਆਣ ਇਸ ਤਰ੍ਹਾਂ ਗੋਤਰਾਚਾਰ ਕਹਿੰਦੇ ਨੇ ਇਸ ਨੂੰ, ਵੀ ਜਿਸਲੇ ਇਹ ਲੋਕ ਖੁਸ਼ ਹੁੰਦੇ ਭਈ ਫਲਾਣੇ ਦਾ ਫਲਾਨਾ, ਫਲਾਣੇ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਪਿਤਾ ਦੇ ਕਲਿਆਣ ਦੀ ਸੁੱਖ, ਸੋ ਮਹਿਤਾ ਕਾਲੂ ਜੀ ਦੀ ਸੁੱਖ, ਤੁਹਾਡੇ ਸ਼ਿਵਰਾਮ ਦਾਦਾ ਜੀ ਦੀ ਸੁੱਖ, ਇਉਂ ਦਾਦੇ ਪੜਦਾਦੇ ਪਰ ਕੇ ਤੇ ਲਗੜ ਦਾਦਿਆਂ ਤੱਕ ਇਉਂ ਇਹ ਲੋਕ ਗੋਤਰਾਚਾਰ ਗਾਉਂਦੇ ਸਨ। ਇਉਂ ਗੁਰੂ ਪਾਤਸ਼ਾਹੀ ਦਾ ਜਸ ਕੀਤਾ ਇਸ ਨੇ। ਵਰਨਨ ਨਾਮ ਕਰੇ ਜਗ ਗੁਰ ਕੀ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਵੱਡਿਆਂ ਵਡੇਰਿਆਂ ਦੇ ਨਾਮ ਸੋ ਵਿਚਾਰ ਕੇ ਉਚਾਰਨ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਕੀਤੀ ਹੈ। ਸਭ ਗੁਣ ਸੰਗ ਕੀਨ ਪ੍ਰਸ਼ੰਸਾ। ਸੋਹਣੇ ਗੁਣਾਂ ਦੇ ਸਹਿਤ ਬਜ਼ੁਰਗਾਂ ਦਾ ਖਾਨਦਾਨ ਦਾ ਜਸ ਕੀਤਾ ਮਰਦਾਨਾ ਨੇ। ਨਿਪ
ਜਿਉ ਬੇਦੀ ਕੁਲ ਅਵਤੰਸਾ। ਕਿ ਧੰਨ ਐਸੀ ਕੁਲ ਵਿੱਚ ਗੁਰੂ ਨਾਨਕ ਸਾਹਿਬ ਜੀ ਬੇਦੀ ਕੁਲ ਦੇ ਅਵਤੰਸ ਸੂਰਜ ਰੂਪ ਪ੍ਰਗਟ ਹੋਏ ਹਨ। ਦੀਪਕ ਕਾਲੂ ਸਦਨ ਸਪੂਤਾ। ਧੰਨ ਮਹਿਤਾ ਕਾਲੂ ਜੀ ਦੇ ਘਰ ਵਿੱਚ ਸੋ ਸੋਹਣਾ ਜਸ ਕਰਨ ਵਾਲਾ, ਪ੍ਰਕਾਸ਼ ਕਰਨ ਵਾਲਾ ਦੀਪਕ ਹੀ ਮਹਾਰਾਜ ਜਗਿਆ ਹੈ, ਗੁਰੂ ਸਾਹਿਬ ਦਾ ਸਰੂਪ। ਪਿਖ ਉਦਾਰ ਲੱਜਤ ਪਰਹੂਤਾ। ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਦਾ ਸੋ ਇਸ ਪਰ ਉਦਾਰ ਚਿੱਤ ਦੇਖ ਕਰਕੇ, ਦਾਤਾਰਗੀ ਦੇਖ ਕੇ ਗੁਰੂ ਨਾਨਕ ਦੀ ਕਹਿੰਦੇ ਇੰਦਰਦੇਵ ਸਵਰਗਾਂ 'ਚ ਬੈਠਾ ਜਿਹੜਾ, ਉਹ ਵੀ ਜਿਹੜਾ ਹੈ ਲੱਜਤ ਸ਼ਰਮ ਦੇ ਸਹਿਰ ਹੁੰਦਾ ਹੈ। ਤੇਹ ਛਿਨ ਪੰਕਜ ਲੋਚਨ ਚਾਰੂ। ਧੰਨ ਸੁੰਦਰ ਸਰੂਪ ਗੁਰੂ ਨਾਨਕ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਸ ਵੇਲੇ ਗਰ ਤੇ ਜਾਮਾ ਦੀਨ ਉਤਾਰੂ। ਤੇ ਖੁਸ਼ ਹੋ ਕੇ ਜੋ ਗਲ ਵਿੱਚ ਸੁੰਦਰ ਮਹਾਰਾਜ ਨੇ ਝੋਲਾ ਪਾਇਆ ਸੀ, ਉਹ ਲਾਹ ਕਰਕੇ ਮਰਦਾਨਾ ਜੀ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਕੇਤਕ ਦਰਬ ਦੇਤ ਭੇ ਸੰਗਾ। ਕਿੰਨਾ ਕੁ ਨਾਲ ਮਹਾਂ ਨੇ ਧਨ ਵੀ ਦਿੱਤਾ ਹੈ ਇਸ ਦੇ ਤਾਈਂ। ਲੀਏ ਮਰਦਾਨੇ ਸੰਗ ਉਮੰਗਾ। ਬੜੇ ਉਤਸ਼ਾਹ ਦੇ ਸਹਿਤ ਮਰਦਾਨਾ ਜੀ ਲੈ ਕੇ ਖੁਸ਼ ਹੋਏ ਨੇ। ਪਹਿਰ ਅੰਗ ਹਿਰਦੇ ਸੁਖ ਪਾਈ। ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨ ਕੇ ਚੋਲਾ ਗਲ 'ਚ ਪਾ ਲਿਆ, ਬੜਾ ਖੁਸ਼ ਹੋਇਆ। ਕਹੇ ਬਹੁਰ ਮੁਝ ਦੇਹੋ ਰਜਾਈ। ਫਿਰ ਕਹਿੰਦਾ ਸਤਿ ਮਹਾਰਾਜ ਹੁਣ ਕਿਰਪਾ ਕਰੋ, ਆਗਿਆ ਦਿਓ ਮੈਨੂੰ ਜਾਣ ਦੀ। ਜਾਵੋ ਸਦਨ ਨਗਰ ਤਲਵੰਡੀ। ਤੇਰੀ ਤਲਵੰਡੀ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਮਹਾਰਾਜ ਮੈਂ ਜਾਵਾਂਗਾ ਹੁਣ ਵਾਪਸ। ਤਵ ਪਿਤ ਸੰਗਹਿ ਹੇ ਦੁਖ ਖੰਡੀ। ਇਹ ਦੁੱਖਾਂ ਦੇ ਖੰਡਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਹੁਣ ਮੈਂ ਜਾਵਾਂਗਾ ਜੀ। ਬੋਲੇ ਸ੍ਰੀ ਨਾਨਕ ਸੁਖ ਰਾਸੀ। ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਫਿਰ ਬਚਨ ਬੋਲੇ ਮਰਦਾਨਾ ਜੀ ਦੇ ਨਾਲ। ਤੂੰ ਹੈ ਬੇਦੀ ਬੰਸ ਮਰਾਸੀ। ਦੇਖ ਮਰਦਾਨਾ, ਤੂੰ ਸਾਡੀ ਬੇਦੀ ਬੰਸ ਦਾ ਮਰਾਸੀ ਹੈ, ਸੇਵਕ ਹੈ। ਜਾਚਨ ਆਨ ਸਥਾਨ ਨ ਕੀਜੈ। ਇੰਜ ਕਰੀ ਹੁਣ, ਤੇਰਾ ਨਾਮ ਜੁੜ ਗਿਆ ਸਾਡੇ ਨਾਲ, ਹੁਣ ਇੰਜ ਕਰੀ ਹੁਣ ਹੋਰ ਕਿਸੇ ਕੋਲ ਜਾ ਕੇ ਕਦੇ ਕੁਝ ਮੰਗੀ ਨਾ ਤੂੰ। ਲੈ ਇਨ ਤੇ ਸੰਤੋਖ ਧਰੀਜੈ। ਇਸ ਤਰ੍ਹਾਂ ਕਰੀ ਇਹਨਾਂ ਤੇ ਸਾਡੇ ਮਾਤਾ ਪਿਤਾ ਜੀ ਦੇ ਕੋਲੋਂ ਸੋ ਜੋ ਕੁਛ ਮਿਲੇ ਉਹਦੇ ਵਿੱਚ ਸੰਤੋਖ ਰੱਖੀ ਤੂੰ। ਜੇ ਤੁਮ ਰਾਖੋਗੇ ਸੁਧ ਮੋਰੀ। ਤਾਂ ਅੱਗੋਂ ਬੇਨਤੀ ਕਰਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜੇ ਤੁਸੀਂ ਮੇਰੀ ਖਬਰ ਰੱਖੋਗੇ ਸਾਰ ਸੰਭਾਲਦੀ, ਅਨਤ ਅਗਰ ਕਿਉਂ ਜਾਉ ਬਹੋਰੀ। ਫਿਰ ਮੁੜ ਕੇ ਮਹਾਰਾਜ ਹੋਰ ਕਿਸੇ ਕੋਲ ਕਿਉਂ ਮੈਂ ਜਾ ਕੇ ਹੱਥ ਅੱਡਾਂਗਾ, ਕਿਉਂ ਮੰਗਾਂਗਾ ਜੀ। ਅਸਨ ਬਸਨ ਕੋ ਲੋਪ ਅਮੋਰਾ। ਇਸ ਪ੍ਰਕਾਰ ਮਹਾਰਾਜ ਹੁਣ ਮੇਰਾ ਲਾਲਚ ਜਿਹੜਾ ਜਾਂ ਵਸਤਰ ਪਾਉਣਾ ਹੈ ਜਾਂ ਭੋਜਨ ਛਕਣਾ ਹੈ, ਇਹ ਤਾਂ ਲੋਭ ਹੈ ਹੀ ਹੈ ਜੀ। ਸੋ ਕਰਵਾਵ ਹੈ ਕਰ ਨਿਜ ਜੋਰਾ। ਤੇ ਮਹਾਰਾਜ ਜੀ ਇਹੋ ਹੀ ਜਿਹੜਾ ਮਨ ਦੇ ਵਿੱਚ ਭੁੱਖ ਲੱਗਦੀ ਹੈ, ਨੰਗੇ ਨਹੀਂ ਰਹਿਣਾ ਹੁੰਦਾ, ਇੱਜ਼ਤ ਢੱਕਣ ਨੂੰ ਵਸਤਰ ਚਾਹੀਦਾ, ਇਹੋ ਹੀ ਮਹਾਰਾਜ ਆਪਣੇ ਜ਼ੋਰ ਨਾਲ ਹੱਥ ਉਡਾਉਂਦਾ ਸਾਡੇ ਕੋਲ ਲੋਕਾਂ ਕੋਲ। ਦੋਹਰਾ ਸੁਨ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਸਿਦਕ ਰੱਖ ਰੱਬ ਤੇ। ਸੋ ਮਰਦਾਨਾ ਗੁਰੂ ਸਾਹਿਬ ਜੀ ਕਹਿੰਦੇ ਮਰਦਾਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜਿਸ ਨੇ ਪੈਦਾ ਕੀਤਾ, ਸਾਰਿਆਂ ਦੀ ਖਬਰ ਰੱਬ ਰੱਖਦਾ ਹੈ। ਦੇਹ ਬਣੀ ਪਛਾਤ ਹੈ। ਦੇਖ ਸਰੀਰ ਬਾਅਦ ਵਿੱਚ ਸਾਡਾ ਬਣਿਆ ਹੈ। ਪੂਰਬ ਬਨਾ ਆਹਾਰਾ। ਆਹਾਰ ਕਹਿੰਦੇ ਮਾਲਕ ਜੀ ਨੇ ਸਾਡਾ ਭੋਜਨ ਪਹਿਲਾਂ ਹੀ ਪੈਦਾ ਬਣਾ ਦਿੱਤਾ ਹੈ। ਮਾਤਾ ਬੱਚੇ ਨੂੰ ਜਨਮ ਬਾਅਦ ਚ ਦਿੰਦੀ ਹੈ, ਬੱਚੇ ਵਾਸਤੇ ਦੁੱਧ ਵਾਹਿਗੁਰੂ ਪਹਿਲਾਂ ਪੈਦਾ ਕਰ ਦਿੰਦਾ ਹੈ। ਚੌਪਈ ਮਿਲ ਕਾਲੂ ਤਨੀਆ ਜੈ ਰਾਮਾ। ਤੋਂ ਮਿਲ ਕਰਕੇ ਫਿਰ ਮਰਦਾਨਾ ਖੁਸ਼ੀ ਲੈ ਕੇ ਗੁਰੂ ਨਾਨਕ ਦੀ ਬੇਬੇ ਨਾਨਕੀ ਜੀ ਨੂੰ ਭਈਆ ਜੈ ਰਾਮ ਜੀ ਨੂੰ ਮਿਲ ਕਰਕੇ ਸੁਲਤਾਨਪੁਰ ਸਾਹਿਬ ਤੋਂ ਪੁਨ ਆਪਨ ਆਵਾ ਹਿਤ ਤਾਤਾ। ਫਿਰ ਇਸ ਪ੍ਰਕਾਰ ਸੋ ਪ੍ਰੇਮ ਦੇ ਸਹਿਤ ਹਟ ਸਾਹਿਬ ਤੇ ਆ ਗਿਆ ਹੈ। ਵੈਸੇ ਨਿਕਟ ਏਕ ਪ੍ਰੰਕਾ। ਪ੍ਰੰਕਾ ਕਹਿੰਦੇ ਨੇ ਇੱਕ ਪਲੰਘ ਦੇ ਉੱਤੇ ਸੋ ਬੈਠਾ ਆਣ ਕੇ ਦੇਹ ਦੇਖੈ ਸੁਤ ਕੋ ਬਦਨ ਮਯੰਕਾ। ਸਾਹਿਬ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਫਿਰ ਹਟ ਸਾਹਿਬ ਤੇ ਆ ਗਏ ਮਰਦਾਨੇ ਨੂੰ ਨਾਲ ਲੈ ਕੇ। ਸੋਹਣਾ ਪਲੰਘਾ ਗੁਰੂ ਸਾਹਿਬ ਨੇ ਬਖਸ਼ਿਆ, ਜਿਸ ਤੇ ਬੈਠ ਕਰਕੇ ਪਿਤਾ ਜੀ ਸੋ ਇਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਸੁਪੁੱਤਰ ਨੂੰ ਇਸ ਪ੍ਰਕਾਰ ਸਮਝਾਉਂਦੇ ਹਨ। ਅਦਕ ਨੇਹ ਕਰ ਸਿਖਵਨ ਦੇਈ। ਤੋ ਬਹੁਤ ਪ੍ਰੇਮ ਕੀਤਾ, ਬੜੀਆਂ ਸਿੱਖਿਆ ਦਿੱਤੀਆਂ ਹਨ। ਇਕੱਠੋ ਦਰਬ ਕਰਨ ਕੀ ਜੇਈ। ਤੋ ਕੀ ਸਿੱਖਿਆ ਦਿੰਦੇ ਨੇ ਕਿ ਪੁੱਤਰ ਤੂੰ ਦੇਖ ਹਟ ਸਾਹਿਬ ਤੇ ਬੈਠਾ ਹੈ, ਹੁਣ ਤੂੰ ਇੰਜ ਕਰ, ਖਰਚਾ ਬਹੁਤਾ ਨਹੀਂ ਕਰਨਾ, ਧਨ ਇਕੱਠਾ ਕਰ। ਖਰਚ ਵਿਆਹ ਕੋ ਕਰਹੁ ਤਿਆਰੀ। ਹੁਣ ਤੁਹਾਡਾ ਵਿਆਹ
ਕਰਾਂਗੇ ਤਾਂ ਵਿਆਹ ਵਾਸਤੇ ਖਰਚਾ ਇਕੱਠਾ ਕਰੋ ਤੁਸੀਂ। ਧਨ ਚਾਹਿਅਤ ਹੈ ਤਿਸ ਦਿਨ ਭਾਰੀ। ਕਿਉਂਕਿ ਜਦੋਂ ਅਸੀਂ ਵਿਆਹ ਕਰਨਾ ਤੁਹਾਡਾ, ਉਸ ਦਿਨ ਬਹੁਤਾ ਧਨ ਚਾਹੀਦਾ ਖਰਚਾ ਕਰਨ ਵਾਸਤੇ। ਅਸ ਪ੍ਰਕਾਰ ਕੀ ਕਹਿ ਬਿਦ ਨਾਨਾ। ਅਨੇਕ ਪ੍ਰਕਾਰ ਦੇ ਇਸ ਤਰੀਕੇ ਦੀਆਂ ਸਿੱਖਿਆਵਾਂ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਸੁਣ ਸ੍ਰੀ ਨਾਨਕ ਬਾਕ ਬਖਾਨਾ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਾਰੇ ਪ੍ਰੇਮ ਨਾਲ ਬਚਨ ਸੁਣੇ। ਫਿਰ ਬਚਨ ਕੀਤਾ, ਪੁਰ ਪਤ ਰਾਏ ਬਲਾਰ ਉਦਾਰਾ। ਤਾਂ ਉਸ ਵੇਲੇ ਪਿਤਾ ਜੀ ਨੂੰ ਇਉਂ ਕਹਿੰਦੇ ਹਨ ਕਿ ਸਾਡੀ ਨਗਰੀ ਦਾ ਜੋ ਰਾਜਾ ਹੈ, ਰਾਏ ਬੁਲਾਰ ਸਾਹਿਬ ਜੋ ਹੈ, 300 ਭੰਨੀਏ ਆਨੰਦ ਹਮਾਰਾ। ਭਾਈ ਜਾ ਕਰਕੇ ਉਹ ਸਾਡਾ ਪਿਆਰਾ ਹੈ। ਕਿਉਂਕਿ ਸਾਹਿਬ ਸਤਿਗੁਰੂ ਮਹਾਰਾਜ ਹਰ ਵਕਤ ਜਿੱਥੇ ਜਿੱਥੇ ਗੁਰੂ ਨਾਨਕ ਦੇ ਤਥਾ ਗੁਰੂ ਦੇ ਪਿਆਰ ਵਾਲੇ ਪ੍ਰੇਮੀ ਬੈਠੇ ਹੁੰਦੇ ਨੇ, ਗੁਰੂ ਸਾਹਿਬ ਨੂੰ ਸਭ ਯਾਦ ਹੈ। ਸੋ ਪਿਤਾ ਜੀ ਨੂੰ ਸੰਦੇਸ਼ਾ ਦਿੰਦੇ ਹਨ ਕਿ ਸਾਡਾ ਪ੍ਰੇਮੀ ਰਾਏ ਬੁਲਾਰ ਹੈ, ਸਾਡਾ ਸੁੱਖ ਸ਼ਾਂਤ ਜਾ ਕੇ ਜ਼ਰੂਰ ਦੱਸਣਾ ਉਹਨਾਂ ਦੇ ਤਾਈਂ। ਪ੍ਰੇ ਸੁਤ ਤੇ ਪ੍ਰੇ ਬਚ ਸੁਨ ਕਾਨਾ। ਤੋ ਸੋਹਣੇ ਪ੍ਰੇਮ ਦੇ ਬਚਨ ਸੁਣ ਕਰਕੇ ਕੰਨਾਂ ਵਿੱਚ ਤਲਵੰਡੀ ਪੁਨ ਕੀਨ ਪਿਆਨਾ। ਰਾਏ ਭੋਇੰ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਜੀ ਨੂੰ। ਸੋ ਇਸ ਪ੍ਰਕਾਰ ਸਤਿਗੁਰਾਂ ਦੇ ਪਿਤਾ ਜੀ ਪਰਿਵਾਰਾਂ ਸਮੇਤ ਚੱਲੇ ਹਨ। ਤਜ ਕਰ ਕਰਮ ਕਰਮ ਸੋ ਮਗ ਸਗਰਾ। ਸਾਰਾ ਹੀ ਰਸਤਾ ਹੌਲੀ ਹੌਲੀ ਲੰਘ ਕਰਕੇ ਜਾਏ ਪ੍ਰਵੇਸੇ ਸੁਖ ਸੋ ਨਗਰਾ। ਬੜੇ ਸੁੱਖ ਦੇ ਸਹਿਤ ਜਾ ਕੇ ਨਗਰੀ ਵਿੱਚ ਪ੍ਰਵੇਸ਼ ਕੀਤਾ ਹੈ। ਕੁਸ਼ਲ ਸੰਦੇਸ਼ ਸੁਨੇ ਸਭ ਰਾਊ। ਤੋ ਇਸ ਪ੍ਰਕਾਰ ਸਾਰੇ ਸੁਖ ਸ਼ਾਂਤ ਦੇ ਸੰਦੇਸ਼ੇ ਰਾਏ ਬੁਲਾਰ ਨੂੰ ਦਿੱਤੇ, ਉਹਨੇ ਸੁਣੇ ਹਨ। ਪੁਲ ਕਾਵਲ ਭਾ ਮ੍ਰਿਦਲ ਸੁਭਾਊ। ਬੜਾ ਕੋਮਲ ਸੁਭਾਅ ਸੀ। ਜਦੋਂ ਗੁਰੂ ਨਾਨਕ ਸਾਹਿਬ ਦੀ ਸੁਖ ਸ਼ਾਂਤ ਦੀ ਇਸ ਪ੍ਰਕਾਰ ਸੋ ਖਬਰ ਸੁਣੀ ਹੈ, ਸਾਰੇ ਸਰੀਰ ਦੇ ਰੌਂਗਟੇ ਖੜੇ ਹੋ ਗਏ ਨੇ। ਬੜਾ ਹੈਰਾਨ ਹੋਇਆ, ਖੁਸ਼ ਹੋਇਆ। ਧਰ ਕਰ ਉਰਮਹਿ ਮੂਰਤ ਧਿਆਨਾ। ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ ਧਿਆਨ ਕਰਕੇ ਅੰਦਰ ਆਪਣੇ ਬੰਦ ਹੈ ਪਦ ਜਨ ਨਿਜ ਢਿਗ ਜਾਨਾ। ਸਾਹਿਬ ਸਤਿਗੁਰੂ ਜੀ ਦੇ ਚਰਨਾਂ ਤੇ ਕਦੇ ਨਮਸਕਾਰ ਕੀਤੀ, ਧਿਆਨ ਦੇ ਨਾਲ ਧਿਆਨ ਵਿੱਚ ਧਾਰਨ ਕਰਕੇ ਸਰੂਪ ਨੂੰ। ਜਥਾ ਵਾਰਤਾ ਭਈ ਸਗਾਈ। ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸਗਾਈ ਹੋਈ ਹੈ, ਉਸ ਦੀ ਜੋ ਵਾਰਤਾ ਸੀ ਜਿਸ ਤਰ੍ਹਾਂ ਹੋਈ ਹੈ ਉਹ ਜੋ ਸੋ ਇਸ ਪ੍ਰਕਾਰ ਸਾਰੀ ਗੱਲ ਸੁਣਾਈ ਹੈ। ਤਥਾ ਚੌਪਈ ਮਾਜ ਬਨਾਈ। ਤੇ ਕਵੀ ਜੀ ਕਹਿੰਦੇ ਮੈਂ ਸੋਹਣੀਆਂ ਚੌਪਈਆਂ ਦੇ ਵਿੱਚ ਬਣਾ ਕਰਕੇ ਛੰਦਾਬੰਦੀ ਕਰਕੇ ਕਵਿਤਾ ਦੇ ਵਿੱਚ ਮੈਂ ਕਥਨ ਕੀਤੀ ਹੈ। ਕੀਓ ਧਿਆਏ ਪੂਰਨ ਸੁਖ ਮੂਰਾ। ਤੋ ਸੋਹਣਾ ਸੁੱਖਾਂ ਦਾ ਮੁੱਢ ਗੁਰੂ ਨਾਨਕ ਸਾਹਿਬ ਦਾ, ਸੋ ਇਹ ਜਿਹੜਾ ਧਿਆਇ ਹੈ ਇੱਥੇ ਸੰਪੂਰਨ ਕੀਤਾ ਹੈ। ਭਜ ਸੰਤੋਖ ਸਿੰਘ ਗੁਰ ਪਗਰੂਰਾ। ਤਾਂ ਕਵੀ ਜੀ ਕਹਿੰਦੇ ਨੇ ਭਾਈ ਸੰਤੋਖ ਸਿੰਘ ਤੂੰ ਧੰਨ ਸਾਹਿਬ ਸੁੰਦਰ ਗੁਰੂ ਨਾਨਕ ਸਾਹਿਬ ਦੇ ਜੋ ਚਰਨ ਹਨ ਉਹਨਾਂ ਦਾ ਭਜਨ ਕਰਿਆ ਕਰ, ਧਿਆਨ ਕਰਿਆ ਕਰ। ਦੋਹਰਾ ਸ੍ਰੀ ਸਤਿਗੁਰੂ ਸਹਾਈ ਮਮ। ਧੰਨ ਕਵੀ ਜੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਹਨ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਮੇਰੀ ਸਹਾਇਤਾ ਕਰਨ। ਸਿਮਰ ਸਿਮਰ ਸੁਖ ਪਾਈ। ਇਹਨਾਂ ਨੂੰ ਸਿਮਰ ਕੇ ਯਾਦ ਕਰ ਕਰਕੇ ਮੈਂ ਸੁਖ ਪ੍ਰਾਪਤ ਕਰਦਾ ਹਾਂ। ਦਾਰਦ ਕਲ ਮਲ ਮਲ ਦਲਨ। ਜੋ ਇਸ ਪ੍ਰਕਾਰ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਨ ਨਾਲ, ਯਾਦ ਕਰਨ ਦੇ ਨਾਲ, ਸੋ ਕਹਿੰਦੇ ਜੋ ਦਰਿਦਰ ਹੈ ਤੇ ਕਲਮਲ ਜਿਹੜੇ ਪਾਪ ਹਨ ਇਹਨਾਂ ਦੀ ਮੈਲ ਜਿਹੜੀ ਇਹ ਦੂਰ ਹੁੰਦੀ ਹੈ। ਜੈ ਜੈ ਸ੍ਰੀ ਹਰਿ ਰਾਏ। ਜੈ ਹੋਵੇ ਧੰਨ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ। ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਜੀ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਕਥਨ ਕਰਦੇ ਹਨ। ਚੌਪਈ ਸੁਨ ਸ੍ਰੀ ਅੰਗਦ ਕਰੁਣਾ ਖਾਨੀ। ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਚਨ ਸੁਣੋ। ਗੁਰੂ ਨਾਨਕ ਕੀ ਕਥਾ ਮਹਾਨੀ। ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦੀ ਮਹਾਨ ਕਥਾ ਹੈ ਜੀ, ਸਰਵਣ ਕਰੋ। ਇਸ ਇਤਿਹਾਸ ਹੈ ਭਏ ਤੇ ਪਾਛੇ। ਇਸ ਪ੍ਰਕਾਰ ਇਸ ਤਰੀਕੇ ਦੇ ਉਤਸ਼ਾਹ ਜਿਹੜੇ ਨੇ ਉਸ ਤੋਂ ਬਾਅਦ ਹੋਏ ਹਨ। ਮੋਦੀ ਕਾਰ ਚਲਾਵਹਿ ਆਛੇ। ਮੇਰੇ ਸਤਿਗੁਰੂ ਜੀ ਬੜੇ ਸੋਹਣੇ ਢੰਗ ਦੇ ਨਾਲ ਮੋਦੀ ਖਾਨੇ ਦੀ ਕਾਰ ਚਲਾਉਂਦੇ ਹਨ। ਗੁਰੂ ਅੰਗਦ ਦੇਵ ਸਾਹਿਬ ਦਾ ਨਾਮ ਇਸ ਲਈ ਆਇਆ ਹੈ ਕਿ ਇਹ ਇਤਿਹਾਸ ਜਿਹੜਾ ਹੈ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਭਾਈ ਬਾਲਾ ਜੀ ਨੇ ਇਸ ਪ੍ਰਕਾਰ ਸੋ ਖਡੂਰ ਸਾਹਿਬ ਦੇ ਵਿੱਚ ਸੁਣਾਇਆ ਸੀ। ਪੈੜੇ ਮੌਕੇ ਗੁਰਸਿੱਖ ਨੇ ਲਿਖਿਆ ਸੀ ਜੋ ਭਾਈ ਬਾਲੇ ਵਾਲੀ ਸਾਖੀ ਵੱਜਦੀ ਹੈ, ਜਨਮ ਸਾਖੀ।
ਉਸ ਤੋਂ ਕਵੀ ਜੀ ਨੇ ਇਹ ਇਤਿਹਾਸ ਲੈ ਕਰਕੇ ਜਿਹੜਾ ਤੇ ਆਪਣੀਆਂ ਖੋਜਾਂ ਪੜਤਾਲਾਂ ਕਰਕੇ ਲਿਖਿਆ ਹੈ। ਆਏ ਸੁਦਾ ਤੁਰ ਦੇ ਤਿਹ ਅਸਨਾ। ਤੋ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਜੇ ਕੋਈ ਭੁੱਖਾ ਆਉਂਦਾ ਤੇ ਉਸ ਨੂੰ ਭੋਜਨ ਦਿੰਦੇ ਹਨ। ਬਸਨ ਬਹੀਨ ਲਖੇ ਦੇ ਬਸਨਾ। ਜੇ ਕਿਸੇ ਨੂੰ ਤੱਕਦੇ ਹਨ ਕਿਸੇ ਕੋਲ ਬਸਤਰ ਨਹੀਂ ਹੈ ਉਸ ਨੂੰ ਮਹਾਰਾਜ ਬਸਤਰ ਦਿੰਦੇ ਹਨ। ਜਾਚ ਨ ਕੋ ਗਮਨਿਓ ਸੂਸ਼ਾ। ਕੋਈ ਵੀ ਮੰਗਤਾ ਗੁਰੂ ਨਾਨਕ ਦੇ ਦਰ ਤੋਂ ਕਦੇ ਵੀ ਖਾਲੀ ਨਹੀਂ ਗਿਆ ਹੈ। ਆਏ ਬਦੇਸੀ ਆਪਨ ਪੁੱਛਾ। ਜੇ ਕਿਸੇ ਪਰਦੇਸੀ ਨੇ ਵੀ ਆਣ ਕੇ ਆਪਾਂ ਨੂੰ ਗੁਰੂ ਸਾਹਿਬ ਦੇ ਹੱਟ ਸਾਹਿਬ ਦਾ ਪਤਾ ਪੁੱਛਿਆ ਹੈ ਤਾਂ ਵੱਡੀ ਭੋਰ ਤੇ ਦੇਵਨ ਲੱਗ ਹੈ। ਵੱਡੀ ਸਵੇਰ ਤੋਂ ਗੁਰੂ ਸਾਹਿਬ ਹੱਟ ਸਾਹਿਬ ਤੋਂ ਇਉਂ ਦਾਤਾਂ ਵੰਡਣ ਲੱਗ ਜਾਂਦੇ ਹਨ। ਜਾਮ ਨਿਸਾਲੋ ਸ਼ੂਸ ਨਾ ਤਿਆਗ ਹੈ। ਤੇ ਪਹਿਰ ਰਾਤ ਜਾਂਦੀ ਤੱਕ ਗੁਰੂ ਸਾਹਿਬ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ। ਜੋ ਵੀ ਆਉਂਦਾ ਹੈ ਗਰੀਬ ਗੁਰਬਾ ਸਭ ਦੀਆਂ ਝੋਲੀਆਂ ਭਰ ਕੇ ਭੇਜਦੇ ਹਨ। ਦੌਲਤ ਖਾਨ ਸੰਪੂਰਨ ਸੇਨਾ। ਤੋ ਇਸ ਪ੍ਰਕਾਰ ਜਿੰਨੀ ਨਵਾਬ ਦੌਲਤ ਖਾਨ ਦੀ ਜਿੰਨੀ ਫੌਜ ਸੀ ਰੱਖੀ ਹੋਈ ਉਸ ਦੀ ਆਨ ਅਸਨ ਆਪਨ ਤੇ ਲੈਣਾ। ਉਹ ਜਿੰਨਾ ਵੀ ਇਸ ਪ੍ਰਕਾਰ ਸੋ ਅੰਨ ਪਦਾਰਥ ਚਾਹੀਦਾ ਹੁੰਦਾ ਕਰਿਆਨੇ ਦਾ ਸਮਾਨ ਸਾਰਾ ਗੁਰੂ ਨਾਨਕ ਸਾਹਿਬ ਤੋਂ ਲਿਆ ਕਰਦੇ ਸਨ। ਦੇਸ ਵਿਦੇਸੀ ਜਾਚਕ ਜੇਤੇ। ਦੇਸਾਂ ਦੇ ਵਿਦੇਸ਼ਾਂ ਦੇ ਜਿੰਨੇ ਮੰਗਤੇ ਗਰੀਬ ਆਉਂਦੇ ਹਨ ਆਨ ਆਹਾਰ ਲੇਹ ਸਭ ਤੇਤੇ। ਉਹ ਸਾਰੇ ਹੀ ਆਣ ਕੇ ਸਾਹਿਬ ਗੁਰੂ ਨਾਨਕ ਮਹਾਰਾਜ ਦੇ ਹੱਟ ਸਾਹਿਬ ਤੋਂ ਹੀ ਉਹ ਸੋ ਭੋਜਨ ਵਸਤਰ ਸਭ ਲੈਂਦੇ ਹਨ। ਰਹਿ ਸਥਾਨ ਭੀਰ ਸੋ ਭੂਰਾ। ਇਸ ਤਰੀਕੇ ਦੇ ਨਾਲ ਜਿੱਥੋਂ ਭਾਈ ਦਾਤਾਂ ਮਿਲਦੀਆਂ ਨੇ ਸਾਰਾ ਹੀ ਸੋ ਇਸ ਪ੍ਰਕਾਰ ਭੀੜ ਲੱਗੀ ਰਹਿੰਦੀ ਸਭ ਦੀ ਉੱਥੇ। ਭਨਹਿ ਅਸੀਸ ਵਧਹਿ ਸੁਖ ਮੂਰਾ। ਸੁੱਖਾਂ ਦੇ ਮੁੱਢ ਰੂਪ ਗੁਰੂ ਨਾਨਕ ਸਾਹਿਬ ਨੂੰ ਅਸੀਸਾਂ ਦਿੰਦੇ ਨੇ ਮਹਾਰਾਜ। ਧਨ ਵਧੇ ਤੁਹਾਡਾ ਜਸ ਵਧੇ ਇਉਂ ਅਸੀਸਾਂ ਦਿੰਦੇ ਸਾਰੇ। ਜਾਂ ਬਿਦ ਦੇਖਿਓ ਹਿਰਦੇ ਉਦਾਰਾ। ਜਦੋਂ ਇਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਿਆ ਬੜੇ ਉਦਾਰ ਸਖੀ ਨੇ ਬੜੇ ਵੱਡੇ ਦਾਤੇ ਹਨ ਗੁਰੂ ਨਾਨਕ ਸਾਹਿਬ ਜੀ। ਪੁਰ ਕੇ ਨਰ ਮਿਲ ਕਰਹਿ ਵਿਚਾਰਾ। ਪੁਰੀ ਦੇ ਲੋਕ ਮਿਲ ਕੇ ਵਿਚਾਰਾਂ ਕਰਦੇ ਹਨ ਆਪੋ ਵਿੱਚ। ਨਿਸ ਬਾਸੁਰ ਦੇ ਦਾਨ ਮਹਾਨਾ। ਤੋ ਮਹਾਰਾਜ ਸੋ ਦੇਖੋ ਦਿਨ ਤੋਂ ਲੈ ਕੇ ਰਾਤ ਤੱਕ ਦਾਨ ਹੀ ਦੇਈ ਜਾਂਦੇ ਹਨ ਸਭ ਨੂੰ ਤਾਂ ਸਭਨਾਂ ਦੇ ਤਾਈਂ। ਵੱਡ ਦਾਨੀ ਹੈ ਭੂਪ ਸਮਾਨਾ। ਇਹ ਤਾਂ ਇਉਂ ਦਾਨ ਕਰਦੇ ਜਿਵੇਂ ਰਾਜੇ ਮਹਾਰਾਜੇ ਕਿਤੇ ਕਰਦੇ ਹਨ। ਤੁਰਕਨ ਕੇ ਪੈਸੇ ਬਹੁ ਖੂਬ ਹੈ। ਤੇ ਕਹਿੰਦੇ ਦੌਲਤ ਖਾਨ ਨਵਾਬ ਮੁਸਲਮਾਨ ਹੈ। ਮੁਸਲਮਾਨ ਤੋਂ ਪੈਸੇ ਲੈ ਕਰਕੇ ਇਹ ਤਾਂ ਦਾਨ ਕਰੀ ਜਾਂਦੇ ਨੇ ਬਹੁਤਾ ਹੀ ਧਨ ਗਵਾ ਰਹੇ ਹਨ ਉਸ ਦਾ ਨੁਕਸਾਨ ਕਰਦੇ ਹਨ। ਰੰਚਕ ਤਰਾਸ ਹਿਰਦੇ ਨਹਿ ਹੋਵੇ ਹੈ। ਤੇ ਦੇਖੋ ਕਹਿੰਦੇ ਇਹਨਾਂ ਨੂੰ ਜਰਾ ਵੀ ਡਰ ਨਹੀਂ ਹੈ ਵੀ ਪੈਸੇ ਅਸੀਂ ਇੰਨਾ ਦਾਨ ਕਰੀ ਜਾਂਦੇ ਨਾ ਤੇ ਕਿੱਥੋਂ ਪੂਰੇ ਕਰਾਂਗੇ। ਜਾਣਤ ਹੈ ਹਮ ਕਾਲ ਕੇ ਆਜੂ। ਤੋ ਕਹਿੰਦੇ ਨੇ ਲੋਕ ਵੀ ਅਸੀਂ ਕਹਿੰਦੇ ਅਸੀਂ ਜਾਣ ਲਿਆ ਹੈ ਭਈ ਅੱਜ ਕੀ ਤਾਂ ਕੱਲ ਕੀ ਬਸ ਇੱਕ ਦੋ ਦਿਨਾਂ ਦੀ ਗੱਲ ਹੈ। ਨਾਨਕ ਜਾਵਹਿ ਹਇਆ ਤੇ ਭਾਜੂ। ਭਾਈ ਗੁਰੂ ਨਾਨਕ ਸਾਹਿਬ ਜੀ ਜਿੰਨਾ ਧਨ ਦੌਲਤਾਂ ਲੁਟਾ ਕਰਕੇ ਤੇ ਮਹਾਰਾਜ ਭੱਜ ਜਾਣਗੇ ਤੇ ਕਿੱਥੋਂ ਫੜ ਲਏਗਾ ਨਵਾਬ ਇਹਨਾਂ ਨੂੰ। ਇਸ ਪ੍ਰਕਾਰ ਦੋਹਰਾ ਤੁਰਕਨ ਤਸਕਰ ਹੋਏ ਕੈ। ਇਹਨਾਂ ਮੁਸਲਮਾਨਾਂ ਦਾ ਚੋਰ ਬਣ ਕੇ ਗੁਰੂ ਨਾਨਕ ਕਹਿੰਦੇ ਭੱਜੇਗਾ। ਇਹ ਨਿੰਦਕ ਲੋਕ ਗੱਲਾਂ ਕਰਦੇ ਹਨ। ਜਾਵਹਿ ਗੋ ਜਬ ਭਾਜ। ਜਦੋਂ ਕਹਿੰਦੇ ਭੱਜ ਜਾਣਗੇ ਨਾ ਇੱਥੋਂ ਹੱਟ ਸਾਹਿਬ ਨੂੰ ਛੱਡ ਕੇ ਗਹਿ ਲੇਵਹਿ ਜੈ ਰਾਮ ਕੋ। ਤਾਂ ਫਿਰ ਕਹਿੰਦੇ ਭਈਆ ਜੈ ਰਾਮ ਜੀ ਨੂੰ ਫੜਨਗੇ ਕਿਉਂਕਿ ਉਹਨਾਂ ਨੇ ਹੀ ਇਹ ਜਾਮਨੀ ਭਰੀ ਹੋਈ ਹੈ। ਜਾਹੇ ਤਾਹੇ ਕੀ ਲਾਜ। ਤੇ ਉਹ ਬੜਾ ਕਹਿੰਦੇ ਸਾਡਾ ਸੱਜਣ ਹੈ ਫਿਰ ਉਸ ਦੇ ਸਤਕਾਰ ਵਿੱਚ ਫਰਕ ਪੈ ਜਾਣਾ ਜੇ ਐਸੀ ਗੱਲ ਹੋ ਗਈ ਤਾਂ। ਚਉਪਈ ਜੇ ਮਤ ਮੰਦ ਹਿਤੂ ਜੈ ਰਾਮਾ। ਜਿਹੜੇ ਇਸ ਪ੍ਰਕਾਰ ਉਂਝ ਤਾਂ ਪ੍ਰੇਮੀ ਸਨ ਜੈ ਰਾਮ ਦੇ ਪਰ ਮੰਦੀ ਮਤ ਵਾਲੇ ਸਨ ਧਰਮੀ ਨਹੀਂ ਸਨ। ਇਹਨਾਂ ਲੋਕਾਂ ਨੂੰ ਸੋ ਸੱਚ ਧਰਮ ਦੀ ਸਾਰ ਨਹੀਂ ਸੀ। ਮਿਲ ਕਰ ਚੱਲ ਆਏ ਤੇ ਧਾਮਾ। ਇਹ ਹੁਣ ਇਕੱਠੇ ਹੋ ਕਰਕੇ ਭਈਆ ਜੈ ਰਾਮ ਜੀ ਦੇ ਕੋਲ ਆ ਗਏ ਹਨ। ਬੋਲ ਇਕਾਕੀ ਕਰ ਲੈ ਬੈਸੇ। ਜੈ ਰਾਮ ਜੀ ਨੂੰ ਇਕੱਲਿਆਂ ਕਰਕੇ ਤੇ ਇਸ ਪ੍ਰਕਾਰ ਸੋ ਬੈਠ ਕਰਕੇ ਕਹਿੰਦੇ ਹਨ। ਕਹਿ ਨਿਚਿੰਤ ਰਹਿ ਤੂੰ ਕੈਸੇ। ਕਹਿੰਦੇ ਨੇ ਦੇਖ ਜੈ ਰਾਮ ਭਾਈ ਅਸੀਂ ਤੇਰੇ ਸੱਜਣ
ਤੇ ਤੂੰ ਕਿਸ ਤਰੀਕੇ ਦੇ ਨਾਲ ਸੋ ਬੇਫਿਕਰ ਹੋਇਆ ਬੈਠਾ ਹੈ। ਨਿਤ ਪ੍ਰਤ ਜੋ ਖੋਵਤ ਅਤ ਦਰਬਾ। ਦੇਖੋ ਦਿਨ ਪ੍ਰਤੀ ਦਿਨ ਕਿਤੇ ਹਿਸਾਬ ਤਾਂ ਲਾਓ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇੰਨਾ ਧਨ ਦਾਨ ਕਰੀ ਜਾਂਦੇ ਹਨ ਗਰੀਬਾਂ ਨੂੰ, ਸਾਧੂਆਂ ਫਕੀਰਾਂ ਨੂੰ। ਸੋ ਸਮਝੋ ਔਰ ਆਪਣੇ ਸਰਬਾ। ਤੇ ਤੁਸੀਂ ਸਾਰੀ ਗੱਲ ਆਪਣੇ ਮਨ 'ਚ ਵਿਚਾਰ ਕਰਕੇ ਦੇਖੋ। ਬਾਦ ਖੋਏ ਸੋ ਜਾਏ ਪਲਾਈ। ਦੇਖੋ ਉਹ ਤਾਂ ਵਿਅਰਥ। ਸੋ ਇਸ ਪ੍ਰਕਾਰ ਸਾਰਾ ਧਨ ਗਵਾ ਕਰਕੇ ਇੱਥੋਂ ਭੱਜ ਜਾਊਗਾ। ਸਗਰੋ ਝਗੜਾ ਤੁਝ ਘਰ ਪਾਈ। ਤੇ ਮੁੜ ਕੇ ਨਵਾਬ ਨੇ ਸਾਰਾ ਝਗੜਾ ਤੇਰੇ ਗਲ 'ਚ ਪਾਉਣਾ ਹੈ। ਸੋ ਖਰਚਨ ਕੋ ਲਖਤ ਆਸਾਨਾ। ਧੰਨ ਗੁਰੂ ਨਾਨਕ ਸਾਹਿਬ ਤਾਂ ਧਨ ਖਰਚਣ ਨੂੰ ਤਾਂ ਸੌਖਾ ਹੀ ਸਮਝਦੇ ਆ। ਤੁਝ ਕੋ ਮੁਸ਼ਕਲ ਬਨੇ ਮਹਾਨਾ। ਪਰ ਮੁਸ਼ਕਲ ਤੈਨੂੰ ਬਣ ਜਾਣੀ ਆ, ਘਾਟਾ ਕਿੱਥੋਂ ਪੂਰਾ ਕਰੇਗਾ। ਭੂਪਤ ਪੂਰ ਲੇਹ ਨਿਜ ਲੇਖਾ। ਦੇਖੋ ਰਾਜੇ ਨੇ ਤਾਂ ਭਾਈ ਆਪਣਾ ਹਿਸਾਬ ਪੂਰਾ ਕਰ ਲੈਣਾ ਹੈ। ਚੱਲ ਹੈ ਇਲਾਜ ਨਾ ਤੂੰ ਦੇ ਸੇਖਾ। ਇਸ ਪ੍ਰਕਾਰ ਸੋ ਸਾਰੀ ਬਾਕੀ ਕੋਈ ਯਤਨ ਨਹੀਂ ਚੱਲਣਾ, ਫਿਰ ਤੈਨੂੰ ਭਰਨਾ ਪੈਣਾ ਹਰਜਾਨਾ ਸਾਰਾ। ਦੀਰਘਦਰਸੀ ਜੇ ਮਤਵਾਨਾ। ਜਿਹੜੇ ਇਸ ਪ੍ਰਕਾਰ ਜਿਹੜੇ ਲੰਬੀ ਸੋਚ ਵਾਲੇ ਹੁੰਦੇ ਨੇ, ਅਕਲਮੰਦ ਸਿਆਣੇ ਲੋਕ ਹੁੰਦੇ ਹਨ, ਜੋ ਕਰਹਿ ਨਾ ਆਸ ਪ੍ਰਕਾਰ ਧਨ ਹਾਨਾ। ਉਹ ਕਦੇ ਵੀ ਕਹਿੰਦੇ ਐਦਾਂ ਧਨ ਥੋੜਾ ਲੁਟਾਉਂਦੇ ਜਿੱਦਾਂ ਗੁਰੂ ਨਾਨਕ ਸਾਹਿਬ ਲੁਟਾ ਰਹੇ ਹਨ। ਹੁਣ ਇਹਨਾਂ ਲੋਕਾਂ ਨੂੰ ਕੀ ਪਤਾ ਭਈ ਇਹ ਤਾਂ ਰਾਏ ਬਲਾਰ ਨੂੰ ਪਤਾ, ਕਹਿੰਦਾ ਸਾਰੀ ਦੁਨੀਆ ਤੇ ਮਾਇਆ ਗੁਰੂ ਨਾਨਕ ਦੀ ਹੀ ਵਰਤਦੀ ਹੈ। ਹੁਣ ਇਹ ਵਿਸ਼ਵਾਸ ਕਿੱਦਾਂ ਆਵੇ ਇਹਨਾਂ ਲੋਕਾਂ ਨੂੰ। ਬਾਲ ਸਖਾਈ ਕੋ ਲਖ ਮੀਤਾ। ਇਸ ਪ੍ਰਕਾਰ ਕਹਿੰਦੇ ਤੂੰ ਬਚਪਨ ਦਾ ਸਾਡਾ ਮਿੱਤਰ ਹੈ, ਇਉਂ ਜਾਣ ਕੇ ਅਸੀਂ ਤੇਰੇ ਕੋਲ ਆਏ ਆਂ। ਘੇਰਿਓ ਹੋਤ ਹੇਤ ਵਿਪਰੀਤਾ। ਅਸੀਂ ਤੱਕਿਆ ਹੈ ਕਿ ਬੜੀ ਉਲਟੀ ਰੀਤੀ ਹੋ ਰਹੀ ਹੈ ਤੇ ਸਾਡੇ ਸਾਥੀ ਦਾ ਇਸ ਪ੍ਰਕਾਰ ਤੇਰਾ ਸਤਿਕਾਰ ਜਿਹੜਾ ਉਹ 'ਚ ਫਰਕ ਪਊਗਾ ਜੇ ਗੱਲ ਹੋ ਗਈ ਤਾਂ। ਸਹਿ ਨਾ ਸਕੇ ਹਮ ਇਹ ਮਨ ਮਾਹੀ। ਅਸੀਂ ਮਨ 'ਚ ਵਿਚਾਰ ਕਰਕੇ ਸਹਾਰ ਨਹੀਂ ਸਕੇ। ਤੂੰ ਸਾਡਾ ਸਖਾ ਮਿੱਤਰ ਹੈ, ਅਸੀਂ ਤਾਂ ਤੈਨੂੰ ਕਹਿੰਦੇ ਨੇ ਸਿੱਖਿਆ ਦੇਣ ਆਏ, ਸਮਝਾਉਣ ਆਏ ਹਾਂ। ਅਪਰ ਹੇਤ ਕੋ ਜਾਣਹੁ ਨਾਹੀ। ਤੇ ਬਾਕੀ ਹੋਰ ਸਾਡਾ ਕੋਈ ਕਾਰਨ ਨਹੀਂ ਤੇਰੇ ਕੋਲ ਆਉਣ ਦਾ, ਐਸੀਆਂ ਗੱਲਾਂ ਕਰਨ ਦਾ। ਤੁਝ ਸਮਝਾਵਨ ਕੋ ਮਿਲ ਆਏ। ਸਿਰਫ ਤੈਨੂੰ ਸਮਝਾਉਣ ਵਾਸਤੇ ਆਏ ਹਾਂ, ਕਿਤੇ ਕੱਲ ਨੂੰ ਐਸੀ ਗੱਲ ਨਾ ਹੋ ਜਾਵੇ। ਕਰਹੁ ਆਪ ਜੈਸੇ ਮਨ ਭਾਏ। ਤੇ ਬਾਕੀ ਦੇਖੋ ਅੱਗੇ ਤੇਰੀ ਮਰਜ਼ੀ ਹੈ, ਜਿੱਦਾਂ ਤੈਨੂੰ ਚੰਗਾ ਲੱਗਦਾ ਹੁਣ ਤੂੰ ਕਰ ਲਵੇਂ। ਨਿੰਦਕਾਂ ਨੇ ਆਪਣਾ ਕੰਮ ਕਰ ਦਿੱਤਾ ਹੈ, ਚੁਗਲਾਂ ਨੇ। ਪਾਵਸ ਸਮ ਪਿਸਨਨ ਕੀ ਬਾਨੀ। ਤੋ ਕਹਿੰਦੇ ਇਸ ਪ੍ਰਕਾਰ ਇਹ ਜਿਹੜੇ ਪਿਛਨ ਚੁਗਲ ਹਨ, ਇਹਨਾਂ ਦੀ ਬਾਣੀ ਜਿਹੜੀ ਆ ਜਿਵੇਂ ਬਰਸਾਤ ਪਵੇ ਨਾ, ਇਸ ਤਰ੍ਹਾਂ ਪਈ ਮਨ ਤੇ। ਚਿੰਤ ਆਪਾਗਾ ਆਪਗਾ ਕੀਨ ਮਹਾਨੀ। ਤੋ ਜੈ ਰਾਮ ਜੀ ਦੇ ਮਨ ਤੇ ਬਹੁਤੀ ਚਿੰਤਾ ਹੋ ਗਈ ਵੀ ਜੇ ਐਸੀ ਗੱਲ ਹੋ ਗਈ ਤਾਂ ਕੀ ਬਣੂ। ਜਿਹੜੇ ਭਾਈ ਸੰਗੀ ਸਾਥੀ ਆਣ ਕੇ ਇਹੋ ਜਿਹੀਆਂ ਗੱਲਾਂ ਕਰਨ ਤੇ ਬੰਦਾ ਫਿਰ ਉਸ ਪਾਸੇ ਨੂੰ ਸੋਚਣ ਲੱਗ ਜਾਂਦਾ ਹੈ। ਕਮਲ ਕੋਮਲੰ ਮਨ ਜੈ ਰਾਮੂ। ਹੁਣ ਭਈਆ ਜੈ ਰਾਮ ਜੀ ਦਾ ਬੜਾ ਕੋਮਲ ਮਨ ਹੈ, ਕਿਉਂਕਿ ਨਿਰਛਲ ਨਿਸ਼ਕਪਟ ਬੰਦਾ ਹੈ, ਕੋਮਲ ਮਨ ਵਾਲਾ ਹੈ, ਰੱਬ ਦੇ ਡਰ ਵਾਲਾ ਹੈ। ਉਖਰਿਓ ਧੀਰਜ ਮੂਲ ਅਥਾਮੂ। ਤੋ ਇਸ ਪ੍ਰਕਾਰ ਹੁਣ ਹਿਰਦੇ ਵਿੱਚ ਧੀਰਜ ਥੰਮਿਆ ਨਹੀਂ ਜਾਂਦਾ, ਮਨ ਡੋਲ ਗਿਆ ਵੀ ਕੀ ਬਣੂਗਾ ਐਸੀ ਗੱਲ ਹੋ ਗਈ ਤਾਂ। ਜਤਨ ਤੀਰ ਕਿਤ ਪਾਇਤ ਨਾਹੀ। ਹੁਣ ਕੋਈ ਵੀ ਜਤਨ ਰੂਪ ਕਿਨਾਰਾ ਜਿਹੜਾ ਉਹ ਪਾਉਂਦਾ ਨਹੀਂ ਹੈ, ਵੱਡੀ ਚਿੰਤਾ ਦੀ ਨਦੀ ਵਿੱਚ ਵਹਿ ਤੁਰਿਆ ਹੈ। ਬਹਿਓ ਪ੍ਰਵਾਹੇ ਗਟੀ ਕੇ ਮਾਹੀ। ਇਸ ਪ੍ਰਕਾਰ ਹੁਣ ਗਿਣਤੀਆਂ ਮਿਣਤੀਆਂ ਵਿਚਾਰਾਂ ਦੇ ਪ੍ਰਵਾਹ ਵਿੱਚ ਹੀ ਮਨ ਰੁੜ ਗਿਆ। ਅਸ ਕਹਿ ਗਮ ਨੇ ਆਪਨ ਨਕੇਤਾ। ਇਹੋ ਇਸ ਪ੍ਰਕਾਰ ਸੋ ਕਹਿ ਕਰਕੇ ਆਪਣੇ ਘਰ ਨੂੰ ਚਲ ਗਏ ਚੁਗਲ ਲੋਕ ਜਿਹੜੇ ਸਨ। ਉਤੇ ਜੋ ਮੂਰਖ ਦੁਸ਼ਟ ਅਚੇਤਾ। ਬੜੇ ਕਹਿੰਦੇ ਨੇ ਇਹ ਮੂਰਖ ਤੇ ਦੁਸ਼ਟ ਲੋਕ ਸਨ ਜੀ। ਬੈਸੈ ਸਦਨ ਨੀਵ ਕਰ ਗਰੀਮਾ। ਇਸ ਪ੍ਰਕਾਰ ਹੁਣ ਭਈਆ ਜੈ ਰਾਮ ਜੀ ਨੂੰ ਚਿੰਤਾ ਪੈ ਗਈ। ਸੋ ਸਿਰ ਨੀਵਾਂ ਗਿੱਚੀ ਨੀਵੀਂ ਕਰਕੇ ਫਿਕਰਾਂ ਦੇ ਵਿੱਚ ਇਸ ਪ੍ਰਕਾਰ ਪੈ ਗਿਆ ਹੈ। ਮਨਹੁ ਬਨਿਓ ਚਿੰਤਾ ਕੀ ਸੀਵਾ। ਮਾਨੋ ਕਿ ਚਿੰਤਾ ਦੀ ਫਿਕਰ ਦੀ ਹੱਦ ਹੀ ਬਣ ਗਿਆ ਸਰੀਰ ਇਹਨਾਂ ਦਾ। ਨਿਸ ਦਿਨ ਬੀਤੇ ਗਿਣਤਿਓ ਗਿਣਤੀ। ਤੋ ਦਿਨ ਰਾਤ ਹੁਣ ਗਿਣਤੀਆਂ ਗੁਜ਼ਾਰਦੇ ਆ, ਗਿਣਤੀਆਂ ਕਰਦੇ ਆ, ਵਿਚਾਰਾਂ ਕਰਦੇ ਹੀ ਗੁਜ਼ਰਦਾ ਹੈ। ਫਿਕਰ ਚਿੰਤਾ ਲੱਗ ਗਈ ਮਨ ਨੂੰ। ਕਰੇ ਦੀਨ ਹੋਵੇ ਪ੍ਰਭ ਸੋ ਬਿਨਤੀ। ਇਸ ਪ੍ਰਕਾਰ ਸੋ ਹੁਣ ਮਨ ਵਿੱਚ ਅਧੀਨ ਹੋ ਕੇ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦਾ ਹੈ ਕਿ ਮਾਲਕ ਮਿਹਰ ਰੱਖੀ ਹੁਣ ਤੂੰ। ਔਰ ਅੰਤਰ ਮਾਨਤ ਬਹੁ ਖੇਦਾ। ਹਿਰਦੇ ਦੇ ਵਿੱਚ ਬੜਾ ਭਾਰੀ ਇਸ ਪ੍ਰਕਾਰ ਦੁੱਖ ਮੰਨਦਾ ਹੈ ਭਈਆ ਜੈ ਰਾਮ ਜੀ। ਵਾਹਰ ਨਾ ਕਿਸ ਢਿੱਗ ਭਾਖੇ ਭੇਦਾ। ਤੇ ਬਾਹਰ ਹੁਣ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਹੈ, ਭੇਦ ਮੰਨਦਾ। ਜਬੇ ਨਾਨਕੀ ਦਸਾ ਬਿਲੋਕੀ। ਬੇਬੇ ਨਾਨਕ ਜੀ ਬੜੇ ਸਿਆਣੇ ਸਨ।
ਉਹਨਾਂ ਨੇ ਆਪਣੇ ਪਤੀ ਦੇਵ ਦੀ ਇਹੋ ਜਿਹੀ ਦਸ਼ਾ ਨੂੰ ਜਦੋਂ ਵੇਖਿਆ ਹੈ ਕਿ ਇਹ ਚਿੰਤਾ ਫਿਕਰ ਵਿੱਚ ਰਹਿੰਦੇ ਨੇ, ਹਰਖਹੀਨ ਪਤ ਕੀ ਮਤ ਸੋਕੀ। ਜਿਸ ਵੇਲੇ ਦੇਖਿਆ ਕਿ ਖੁਸ਼ੀ ਨਹੀਂ ਹੈ ਇਹਨਾਂ ਦੇ ਮਨ ਤੇ ਅੱਗੇ ਵਾਲੀ, ਕੋਈ ਚਿੰਤਾ ਲੱਗੀ ਹੋਈ ਹੈ, ਇਉਂ ਜਾਣ ਕੇ ਹਿਰਦੈ ਗੁਨਹਿ ਕੋ ਭਇਓ ਕੋ ਕਾਜੂ। ਮਨ ਵਿੱਚ ਸੋਚਦੇ ਕੋਈ ਕੰਮ ਮਾੜਾ ਹੋ ਗਿਆ, ਕੋਈ ਨੁਕਸਾਨ ਹੋਇਆ ਲੱਗਦਾ, ਜਿਹੜੇ ਇਹਨਾਂ ਚਿੰਤਾ ਵਿੱਚ ਹੋਏ ਹਨ। ਚਿੰਤਮਾਨ ਹੋਵੇ ਬੈਠਿਓ ਆਜੂ। ਤੋ ਅੱਜ ਜਿਹੜੇ ਇਹਨਾਂ ਚਿੰਤਾ ਫਿਕਰ ਵਿੱਚ ਬਹਿ, ਕਦੇ ਇਦਾਂ ਹੋਇਆ ਨਹੀਂ ਹੈ। ਤੁਲਸੀ ਦਾਸੀ ਭੇਵ ਜਨਾਇਆ। ਤੋ ਜਿਹੜੀ ਸੇਵਕ ਸੀ, ਤੁਲਸਾ ਦਾਸੀ ਸੀ ਘਰ ਦੀ, ਉਸ ਨੇ ਭੇਦ ਬੇਬੇ ਨਾਨਕੀ ਨੂੰ ਦੱਸਿਆ ਹੈ। ਸੁਨਹੁ ਬਧੂ ਮੈਂ ਜਯੋ ਲਖ ਪਾਇਆ। ਕਹਿਣ ਲੱਗੀ, ਬਧੂ ਜੀ ਹੈ ਬਹੂ ਜੀ ਸੁਣੋ, ਮੈਂ ਤਾਂ ਇਉਂ ਜਾਣਿਆ ਹੈ, ਏਕ ਦਿਵਸ ਮਿਲ ਮਨੁਜ ਭਲੇਰੇ। ਇੱਕ ਦਿਨ ਚੰਗੇ ਭਲੇ ਮਨੁੱਖ ਕੋਈ ਆਏ ਸਨ ਚੱਲ ਕੇ ਘਰ ਵਿੱਚ। ਮੈਂ ਅਵਲੋਕੇ ਆਵਤ ਡੇਰੇ। ਮੈਂ ਆਪਣੇ ਡੇਰੇ ਵਿੱਚ ਆਉਂਦੇ ਵੇਖੇ ਸਨ ਉਹ ਲੋਕ। ਤਾਂ ਦਿਨ ਤੇ ਇਹ ਚਿੰਤਾ ਮਾਨਾ। ਤੇ ਉਸ ਦਿਨ ਤੋਂ ਇਹ ਫਿਕਰ ਵਿੱਚ ਪਏ ਕਿਸੇ ਵਿੱਚ। ਉਹ ਜਾਣਹਿ ਕਿਆ ਤਿਨਹਿ ਬਖਾਨਾ। ਵੀ ਕੀ ਜਾਣੀਏ, ਪਤਾ ਨਹੀਂ ਉਹ ਕੀ ਇਹਨਾਂ ਨੂੰ ਕਹਿ ਗਏ ਹਨ। ਉਸੇ ਦਿਨ ਤੋਂ ਹੀ ਇਹਨਾਂ ਦੀ ਇਹ ਹਾਲਤ ਹੋਈ ਹੋਈ ਹੈ। ਸੁਨਤ ਨਾਨਕੀ ਸੁਮਤ ਸਜੂਤੀ। ਤੋ ਸੁਣ ਕਰਕੇ ਬੇਬੇ ਨਾਨਕੀ ਜੀ ਬੜੇ ਸਿਆਣੇ ਅਕਲਮੰਦ ਸਨ, ਸੋਝੀਵਾਨ ਸਨ। ਲਖ ਲੀਨੀ ਕੀਨੀ ਕਿਨ ਦੂਤੀ। ਤਾਂ ਉਸੇ ਵੇਲੇ ਹੀ ਸਮਝ ਗਏ। ਤਾਂ ਉਂਝ ਵੀ ਗੁਰੂ ਦੀ ਕਿਰਪਾ ਸੀ, ਸੋ ਗੁਰੂ ਨਾਨਕ ਸਾਹਿਬ ਤੇ ਪੂਰਨ ਭਰੋਸਾ ਸੀ, ਭਗਤੀ ਦਾ ਅਵਤਾਰ ਕਰਕੇ ਮੰਨਿਆ ਹੈ। ਉਸੇ ਵੇਲੇ ਇਹਨਾਂ ਨੇ ਜੱਜਮੈਂਟ ਕਰ ਲਈ ਵੀ ਕਿਸੇ ਨੇ ਫਿਰ ਚੁਗਲੀ ਲਾਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਨਿਕਟ ਬੈਠ ਪਤ ਕੋ ਸਮਝਾਇਆ। ਕੋਲ ਬੈਠ ਕਰਕੇ ਪਤੀ ਜੈ ਰਾਮ ਜੀ ਨੂੰ ਸਮਝਾਉਂਦੇ ਹਨ, ਕਹਿੰਦੇ ਨੇ, ਕਿਉਂ ਉਰ ਭਰਮੇ ਤੁਮ ਸੁਖ ਦਾਇਆ। ਦੇਖੋ ਤੁਸੀਂ ਸੁਖ ਦਾਤਾ ਜੀ, ਕਿਉਂ ਭਰਮ ਕਰ ਗਏ, ਕਿਉਂ ਭੁਲੇਖਾ ਪੈ ਗਿਆ ਤੁਹਾਨੂੰ ਫੇਰ। ਪੂਰਬ ਪਤਾ ਲਿਓ ਭਲ ਦੇਖੀ। ਤੁਸੀਂ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਪਤਾ ਲੈ ਹੀ ਲਿਆ, ਨਿਸ਼ਚਾ ਕਰ ਹੀ ਲਿਆ ਨਾ ਹਿਸਾਬ ਕਰਾ ਕੇ। ਉਰ ਮਹਿ ਸ਼ਰਧਾ ਧਰੋ ਵਸੇਖੀ। ਇਸ ਵਾਸਤੇ ਤੁਸੀਂ ਪ੍ਰੇਮ ਦਾ ਸ਼ਰਧਾ ਰੱਖੋ, ਭਰੋਸਾ ਰੱਖੋ ਮਨ ਵਿੱਚ। ਸਭ ਅਨਜਾਨ ਭਨਹਿ ਜੇ ਮਾਨਵ। ਆ ਜਿੰਨੇ ਮਨੁੱਖ ਹੈ ਇਹ ਅਣਜਾਣ ਲੋਕ ਨੇ, ਜੋ ਵੀ ਗੱਲਾਂ ਕਰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਭੇਦ ਨਹੀਂ ਜਾਣਦੇ। ਇਹ ਤਿਨ ਕੇ ਭੇਵ ਮੰਦ ਨਹਿ ਜਾਣਵ। ਇਹ ਮੰਦੀ ਮਤ ਵਾਲੇ ਲੋਕ ਕੀ ਭੇਦ ਜਾਣ ਸਕਦੇ ਗੁਰੂ ਨਾਨਕ ਮਹਾਰਾਜ ਜੀ ਦਾ। ਇਸ ਪ੍ਰਕਾਰ ਕਹਿ ਬਹੁ ਸਮਝਾਵਹਿ। ਇਸ ਤਰ੍ਹਾਂ ਬਹੁਤ ਸਾਰਾ ਸੋ ਉਪਦੇਸ਼ ਦੇ ਕੇ ਪ੍ਰੇਰਨਾ ਕਰ ਕਰਕੇ ਸਮਝਾਉਂਦੇ ਹਨ। ਤਦਪ ਜੈ ਰਾਮ ਨ ਚਿੰਤਾ ਜਾਵਹਿ। ਪਰ ਫਿਰ ਵੀ ਹੁਣ ਸੋ ਜੈ ਰਾਮ ਜੀ ਦੇ ਮਨ ਵਿੱਚ ਜਿਹੜੀ ਚਿੰਤਾ ਬਣ ਗਈ ਹੈ ਉਹ ਦੂਰ ਨਹੀਂ ਹੋ ਰਹੀ ਹੈ। ਮਨ ਮੈਂ ਬਸੀ ਪਿਸਨ ਕੀ ਬਾਨੀ। ਹੁਣ ਇਹ ਚੁਗਲੀਆਂ ਕਰਨ ਵਾਲਿਆਂ ਦੀ ਗੱਲ ਜਿਹੜੇ ਸੀ ਮਨ ਨੂੰ ਲੱਗ ਗਈ। ਇਸ ਵਾਸਤੇ ਭਈਆ ਜੈ ਰਾਮ ਜੀ ਫਿਕਰ ਵਿੱਚ ਹਨ। ਬਿਨ ਸਤ ਦੇਖੇ ਹੋਏ ਨਾ ਹਾਨੀ। ਹੁਣ ਜਦੋਂ ਤੱਕ ਸੱਚ ਸਾਹਮਣੇ ਨਹੀਂ ਆਉਂਦਾ, ਹੁਣ ਚਿੰਤਾ ਦੂਰ ਨਹੀਂ ਹੋ ਰਹੀ ਇਹਨਾਂ ਦੀ। ਸ੍ਰੀ ਨਾਨਕ ਤਬ ਅੰਤਰਜਾਮੀ। ਧੰਨ ਗੁਰੂ ਨਾਨਕ ਸਾਹਿਬ ਕਿਹੜੇ ਭਾਈ ਘੱਟ ਸਨ, ਅੰਤਰਜਾਮੀ ਪਰਮੇਸ਼ਰ ਰੂਪ ਹਨ। ਅੰਤਰਜਾਮੀ ਸਤਿਗੁਰਾਂ ਨੇ ਜਾਣ ਲਿਆ। ਲਖ ਲੀਨੀ ਦੂਤਨ ਕੀ ਖਾਮੀ। ਮਹਾਰਾਜ ਨੇ ਸੋ ਜਿਹੜੀ ਇਸ ਪ੍ਰਕਾਰ ਕਚਿਆਈ ਸੀ ਨਾ ਇਹਨਾਂ ਦੂਤਾਂ ਚੁਗਲਾਂ ਦੀ, ਗੁਰੂ ਨਾਨਕ ਨੇ ਜਾਣ ਲਈ ਭਈ ਜਿੱਥੇ ਜਿੱਥੇ ਪਿਆਰ ਹੈ ਗੁਰੂ ਨਾਨਕ ਪਾਤਸ਼ਾਹ ਦਾ, ਗੁਰੂ ਸਾਹਿਬ ਦਾ, ਉਹ ਹਮੇਸ਼ਾ ਹੀ ਖਿਆਲ ਰੱਖਦੇ ਨੇ। ਹਜੂਰ ਜੀ ਨੇ ਤੱਕ ਲਿਆ ਵੀ ਚੁਗਲਾਂ ਨੇ ਇਸ ਪ੍ਰਕਾਰ ਇਹ ਜਿਹੜੀ ਇਸ ਪ੍ਰਕਾਰ ਚੁਗਲੀ ਕਰਤੀ ਤੇ ਭਈਆ ਜੈ ਰਾਮ ਜੀ ਫਿਕਰ ਵਿੱਚ ਰਹਿੰਦੇ ਆ। ਇਹੋ ਅੰਤਰਜਾਮਤਾ ਨਾਲ ਜਾਣ ਲਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਪੁਨ ਜੈ ਰਾਮ ਚਿੰਤਾ ਤੁਰ ਚੀਨਾ। ਤੇ ਫਿਰ ਦੇਖਿਆ ਵੀ ਭਈਆ ਜੈ ਰਾਮ ਜੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਹੀਂ ਹੈ। ਜਿਹ ਮਨ ਪਿਸਨਨ ਬਾਨੀ ਭੀਨਾ। ਜਿਹਨਾਂ ਦਾ ਮਨ ਜਿਹੜਾ ਚੁਗਲਾਂ ਦੀ ਬਾਣੀ ਦੇ ਵਿੱਚ ਭਿੱਜ ਚੁੱਕਾ ਹੈ। ਤਾਂ ਕੀ ਚਿੰਤਾ ਹਤ ਨੇ ਹਿਤਾ। ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸ਼ਰਧਾਵਾਨ ਸਾਡਾ ਪ੍ਰੇਮੀ ਹੈ, ਇਸ ਵਾਸਤੇ ਇਹਦੀ ਚਿੰਤਾ ਦੂਰ ਕਰੀਏ। ਇਹੋ ਗੁਰੂ ਨਾਨਕ ਸਾਹਿਬ ਨੇ ਜਾਣ ਕੇ ਗਮਨੇ ਸ੍ਰੀ ਬੇਦੀ ਕੁਲ ਕੇਤਾ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਬੇਦੀ ਕੁਲ ਦੇ ਸ਼੍ਰੋਮਣੀ ਗੁਰੂ ਸਾਹਿਬ ਜੀ। ਸਦਨ ਜਾਏ ਸਾਦਰ ਦੁਖ ਕਦਨਾ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਬੇਬੇ ਜੀ ਦੇ ਘਰ ਵਿੱਚ ਆਪੇ ਹੀ ਚਲੇ ਗਏ ਮਹਾਰਾਜ ਅੰਤਰਜਾਮੀ। ਵੈਸੇ ਮੰਚ ਪਰ ਪੰਕਜ ਬਦਨਾ। ਧੰਨ ਕਮਲ ਸਰੀਖੇ ਮੁਖ ਵਾਲੇ ਸਤਿਗੁਰੂ ਜੀ ਸੋਹਣੇ ਸੁੰਦਰ ਆਸਣ ਤੇ ਬਿਰਾਜਮਾਨ ਹੋਏ ਹਨ। ਮਧੁਰ ਮਿਰਦਲ ਬੋਲੇ ਮੁਖ ਬਾਣੀ। ਸੁਭਾਏਮਨ ਮੁਖ ਤੋਂ ਮਿੱਠੇ ਤੇ ਕੋਮਲ ਕੋਮਲ ਬਚਨ ਬੋਲੇ ਗੁਰੂ ਸਾਹਿਬ ਜੀ। ਜਨ ਚਿੰਤਾ ਰੁਜ ਚੂਰਨ ਸਾਨੀ। ਮਾਨੋ ਕਿ ਚਿੰਤਾ ਦੇ ਰੋਗ ਨੂੰ ਚੂਰਨ ਦਵਾਈ ਵਰਗੇ ਬਚਨ ਮਹਾਰਾਜ ਨੇ ਬੋਲੇ ਹਨ। ਜੀਜਾ ਜੀ ਲੇਖਾ ਕਰਵਾਈਏ। ਕਹਿਣ ਲੱਗੇ ਜੀਜਾ ਜੀ
ਇੰਜ ਕਰੋ, ਹਿਸਾਬ ਕਿਤਾਬ ਕਰਾਓ ਸਾਡਾ ਨਵਾਬ ਦੇ ਨਾਲ। ਸਭ ਹੈ ਹਿਸਾਬ ਨਵਾਬ ਦਿਵਾਈਏ। ਤੇ ਜਿੰਨਾ ਵੀ ਨਵਾਬ ਦਾ ਹਿਸਾਬ ਕਿਤਾਬ ਹੈ ਜਮ੍ਹਾਂ ਖਰਚ ਦਾ, ਉਹ ਸਾਰਾ ਹੀ ਸਾਡਾ ਦਵਾ ਦਿਓ, ਕਰਾ ਦਿਓ। ਬੀਤੇ ਬਹੁ ਬਾਸੁਰ ਬਿਨ ਲੇਖੇ। ਕਿਉਂਕਿ ਹਿਸਾਬ ਕੀਤੇ ਨੂੰ ਕਾਫੀ ਦਿਨ ਗੁਜ਼ਰ ਗਏ ਹਨ। ਕਰਵਾਵਹੁ ਨਿਕਸ ਹੈ ਕਸ ਸੇਖੇ। ਸਾਡਾ ਹਿਸਾਬ ਕਰਾ ਦਿਓ, ਸਾਡੀ ਬਾਕੀ ਨਿਕਲਦੀ ਆ, ਕੁਛ ਵਾਧਾ ਨਿਕਲਦਾ, ਉਹ ਲੈਣਾ ਅਸੀਂ। ਸੁਨ ਜੈ ਰਾਮ ਹਿਰਦੇ ਹਰਿ ਖਾਇਓ। ਇੰਨੇ ਬਚਨ ਸੁਣ ਕਰਕੇ ਜੈ ਰਾਮ ਜੀ ਖੁਸ਼ ਹੋ ਗਏ। ਭਈ ਗੁਰੂ ਨਾਨਕ ਸਾਹਿਬ ਨੇ ਕਹਿਤਾ ਵੀ ਵਾਧਾ ਸਾਡਾ ਨਿਕਲਣਾ, ਮੈਂ ਤਾਂ ਘਾਟਾ ਸੋਚ ਕਰਕੇ ਹੀ ਇਸ ਪ੍ਰਕਾਰ ਚਿੰਤਾ ਲਾਈ ਬੈਠਾ ਸੀ। ਜਨ ਸਰਦਾ ਧਨ ਖੋਇਓ ਪਾਇਓ। ਮਾਨੋ ਜਿਹੜਾ ਸ਼ਰਧਾ ਰੂਪ ਧਨ ਗਵਾਚਿਆ ਹੋਇਆ ਸੀ ਨਾ, ਉਹ ਫਿਰ ਵਾਪਸ ਮਿਲ ਗਿਆ ਹੈ। ਸ਼ਰਧਾ ਗੁਰੂ ਸਾਹਿਬ ਤੇ ਫਿਰ ਆ ਗਈ ਹੈ। ਉਤੀ ਚਿੰਤ ਜਾ ਕੀ ਦਿਨ ਰਾਤੀ। ਦਿਨੇ ਰਾਤ ਜਿਸ ਗੱਲ ਦੀ ਚਿੰਤਾ ਵਿੱਚ ਡੁੱਬੇ ਹੋਏ ਸਨ, ਅਕਸਮਾਤ ਸੋ ਬਨੀ ਸੁਹਾਤੀ। ਤੇ ਸੋਹਣੀ ਕਹਿੰਦੇ ਨੇ ਉਹ ਅਚਨਚੇਤ ਹੀ ਗੱਲ ਬਣ ਗਈ ਹੈ। ਹੁਣ ਚਿੰਤਾ ਦੂਰ ਕਰਨ ਦੀ ਇਸ ਪ੍ਰਕਾਰ ਗੱਲ ਹੋ ਗਈ। ਲੈ ਨਿਦੇਸ਼ ਗਾ ਪਾਸ ਨਰਿਸਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਕਰਕੇ ਤੋ ਗਿਆ ਹੈ ਰਾਜੇ ਦੇ ਪਾਸ। ਕੋਸ਼ਿਸ਼ ਪਹਿਰ ਕੀਏ ਸੁਭ ਬੇਸਾ। ਜਿੱਥੇ ਸੁੰਦਰ ਪੁਸ਼ਾਕਾਂ ਪਾ ਕੇ ਨਵਾਬ ਸਜ ਕਰਕੇ ਬੈਠਾ ਹੋਇਆ ਸੀ। ਨਿਕਟ ਬੈਠ ਕਹਿ ਸੁਨ ਨਿਰਪ ਲੋਧੀ। ਤਾਂ ਕੋਲ ਜਾ ਕੇ ਪ੍ਰੇਮ ਨਾਲ ਬੈਠ ਕੇ ਕਹਿਣ ਲੱਗੇ, ਇਹ ਰਾਜਾ ਸੋ ਦੌਲਤ ਖਾਨ ਲੋਧੀ ਸਾਹਿਬ ਜੀ ਸੁਣੋ। ਕਰਿਓ ਹਿਸਾਬ ਚਾਹਤ ਤੁਮ ਮੋਦੀ। ਤੁਹਾਡਾ ਮੋਦੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਨਾਲ ਹਿਸਾਬ ਕਰਨਾ ਚਾਹੁੰਦਾ ਹੈ ਜੀ। ਕਾਲ ਵਿਸਾਲ ਬੀਤਿਓ ਬਿਨ ਲੇਖੇ। ਕਿਉਂਕਿ ਹਿਸਾਬ ਕੀਤੇ ਤੋਂ ਕਾਫੀ ਦਿਨ ਗੁਜ਼ਰ ਗਏ ਹਨ। ਆਮਦ ਖਰਚ ਉਚਿਤ ਅਬ ਦੇਖੇ। ਆਮਦਨ ਖਰਚ ਹੁਣ ਦੇਖਣਾ ਯੋਗ ਹੈ ਜੀ। ਪੂਰਬ ਦੌਲਤ ਖਾਂ ਢਿੱਗ ਦੂਤੀ। ਤੇ ਦੌਲਤ ਖਾਨ ਦੇ ਕੋਲ ਪਹਿਲਾਂ ਹੀ ਚੁਗਲ ਲੋਕਾਂ ਨੇ ਚੁਗਲੀਆਂ ਲਾਈਆਂ ਹੋਈਆਂ ਸੀ। ਦੁਸ਼ਟ ਲੋਕ ਮਿਲ ਕਰਤ ਬਹੂਤੀ। ਤੋ ਇਸ ਪ੍ਰਕਾਰ ਬਹੁਤੀਆਂ ਹੀ ਗੁਰੂ ਨਾਨਕ ਸਾਹਿਬ ਦੇ ਖਿਲਾਫ ਚੁਗਲੀਆਂ ਕਰਦੇ ਸਾਰੇ ਦੁਸ਼ਟ ਲੋਕ ਜਿਹੜੇ ਸਨ। ਸਰਬ ਦਰਬ ਕੋ ਖੋ ਕਰ ਨਾਨਕ। ਧੰਨ ਗੁਰੂ ਨਾਨਕ ਸਾਹਿਬ ਜੀ ਸਾਰਾ ਜਿਹੜਾ ਤੁਸੀਂ ਧਨ ਦਿੱਤਾ ਗਵਾ ਕਰਕੇ ਦਾਨ ਕਰਕੇ। ਹੋਏ ਪਲਾਇਨ ਕਬਹਿ ਅਚਾਨਕ। ਅਚਨਚੇਤ ਹੀ ਕਿਸੇ ਵੇਲੇ ਗੁਰੂ ਨਾਨਕ ਸਾਹਿਬ ਭੱਜ ਜਾਣਗੇ। ਸੁਨਤ ਜੈ ਰਾਮ ਬਚਨ ਪੂ ਭਾਲਾ। ਤੋ ਰਾਜੇ ਦੇ ਇਸ ਪ੍ਰਕਾਰ ਬਚਨ ਸੁਣ ਕਰਕੇ ਬੋਲਿਓ ਸੰਸਾ ਮੁਝੇ ਵਿਸਾਲਾ। ਤੋ ਇਹ ਰਾਜਾ ਦੌਲਤ ਖਾਂ ਜਿਹੜਾ ਜੈ ਰਾਮ ਜੀ ਦੇ ਬਚਨ ਸੁਣ ਕਰਕੇ ਅੱਗੋਂ ਕਹਿੰਦਾ ਵੀ ਮੈਨੂੰ ਪਹਿਲਾਂ ਹੀ ਸ਼ੱਕ ਹੈ ਇਸ ਗੱਲ ਦਾ। ਲੇਖੇ ਤੇ ਸੋ ਹੋਏ ਬਿਨਾਸੀ। ਇਸ ਵਾਸਤੇ ਸੋ ਸਾਰਾ ਸ਼ੱਕ ਜਿਹੜਾ ਜਿਹੜੇ ਹਿਸਾਬ ਕਰਾਂਗੇ ਸਾਰਾ ਦੂਰ ਹੋ ਜਾਏਗਾ। ਬੋਲ ਲਿਓ ਤਾਂ ਕੋ ਮਮ ਪਾਸੀ। ਤੇ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਮੇਰੇ ਕੋਲ ਬੁਲਾਓ ਤੁਸੀਂ ਹਿਸਾਬ ਕਰਨ ਵਾਸਤੇ। ਨਿੱਦਾ ਦਿਜ ਜੈ ਰਾਮ ਪਠਾਇਆ। ਭਈਆ ਜੈ ਰਾਮ ਜੀ ਦਾ ਨਿੱਦਾ ਪ੍ਰੋਤ ਪੰਡਤ ਸੀ, ਉਸ ਨੂੰ ਭੇਜਿਆ ਗੁਰੂ ਸਾਹਿਬ ਨੂੰ ਬੁਲਾਉਣ ਲਈ। ਆ ਨਿੱਦੇ ਜਾ ਬਚਨ ਅਲਾਇਆ। ਧੰਨ ਗੁਰੂ ਨਾਨਕ ਸਾਹਿਬ ਨੂੰ ਆ ਕਰਕੇ ਸੋ ਨਿੱਦੇ ਪ੍ਰੋਹਤ ਨੇ ਬਚਨ ਕਹਿ ਦਿੱਤਾ ਹੈ। ਚੱਲੋ ਆਪ ਕਰ ਲੀਜੇ ਲੇਖਾ। ਮਹਾਰਾਜ ਗਰੀਬਨਵਾ ਚਲੋ ਮਹਾਰਾਜ ਜਾ ਕੇ ਹਿਸਾਬ ਕਰ ਲਓ ਨਵਾਬ ਦੇ ਨਾਲ। ਨਿਰਪ ਬੁਲਾਏ ਜਿਹ ਸਭਾ ਵਸੇਖਾ। ਜਿੱਥੇ ਨਵਾਬ ਦੀ ਸਭਾ ਲੱਗੀ ਹੋਈ ਹੈ ਤੁਹਾਨੂੰ ਉੱਥੇ ਬੁਲਾਇਆ ਹੈ ਉਸਨੇ। ਕਹਿ ਬਾਲਾ ਸ੍ਰੀ ਅੰਗਦ ਪੂਰਨ। ਕਹਿੰਦੇ ਨੇ ਭਾਈ ਬਾਲਾ ਜੀ ਕਹਿੰਦੇ ਨੇ ਪੂਰੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ। ਸੁਨਹੁ ਤਿਆਰ ਭਏ ਤਬ ਤੂਰਨ। ਧੰਨ ਗੁਰੂ ਨਾਨਕ ਸਾਹਿਬ ਝੱਟ ਤਿਆਰ ਹੋ ਗਏ ਹਨ। ਵਹੀ ਵਿਸਾਲ ਦੀਨ ਮੁਝ ਹਾਥਾ। ਵੱਡੀ ਸਾਰਾ ਵਹੀ ਖਾਤਾ ਸੀ, ਉਹ ਕਹਿੰਦੇ ਮੈਨੂੰ ਚੁਕਾ ਲਿਆ ਗੁਰੂ ਸਾਹਿਬ ਜੀ ਨੇ। ਗਮਨ ਕੀਓ ਨਿਰਪ ਢਿਗ ਜਗਨਾਥਾ। ਜਗਤ ਦੇ ਸਵਾਮੀ ਗੁਰੂ ਨਾਨਕ ਸਾਹਿਬ ਜੀ ਰਾਜੇ ਦੇ ਕੋਲ ਚੱਲ ਪਏ ਹਨ। ਮੰਦ ਮੰਦ ਸੁੰਦਰ ਗਤ ਭਾਰੀ। ਹੌਲੀ ਹੌਲੀ ਬੜੀ ਸੋਹਣੀ ਗਤੀ ਵਿੱਚ ਗੁਰੂ ਸਾਹਿਬ ਚੱਲੇ। ਪਹੁੰਚਤ ਭੇ ਤਬ ਸਭਾ ਮਝਾਰੀ। ਤਾਂ ਉਸ ਨਵਾਬ ਦੀ ਲੱਗੀ ਹੋਈ ਸਭਾ ਵਿੱਚ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ ਹਨ। ਕਾਜੀ ਖਾਨ ਦੀਵਾਨ ਮੁਲਾਨੇ। ਤੋ ਇਸ ਪ੍ਰਕਾਰ ਸਭਾ ਦੇ ਵਿੱਚ ਕਾਜੀ ਨੇ, ਇਸ ਦੇ ਖਾਨ ਨੇ, ਮੁੱਲਾ ਆਦਿਕ ਸਾਰੇ ਬੈਠੇ ਹੋਏ ਨੇ। ਜਹ ਬੈਸੇ ਨੀਕੇ ਕਰਬਾਨੇ। ਸੋਹਣੇ ਸੋਹਣੇ ਬਾਣੇ ਬਣਾ ਕੇ ਚੰਗੇ ਚੰਗੇ ਬਸਤਰ ਪਾ ਕੇ ਫੱਬ ਕੇ ਬੈਠੇ ਸਨ ਨਵਾਬ ਦੇ ਕੋਲ। ਸਬਨ ਸਿਰੋ ਮਨ ਦੌਲਤ ਖਾਨਾ। ਸਾਰਿਆਂ ਵਿੱਚੋਂ ਸ਼੍ਰੋਮਣੀ ਭਾਈ ਰਾਜਾ ਦੌਲਤ ਖਾਨ ਨਵਾਬ ਬੈਠਾ ਸੀ। ਸੇਵਹਿ ਜਾਹੇ ਸੁਬਟ ਬਿਦ ਨਾਨਾ। ਜਿਹਦੀ ਸੇਵਾ ਅਨੇਕ ਪ੍ਰਕਾਰ ਦੇ ਸੂਰਮੇ ਕਰਦੇ ਸਨ। ਤਹਾਂ ਹੋਏ ਠਾਡੇ ਸੁਖ ਧਾਮਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਉੱਥੇ ਜਾ ਕੇ ਖੜੇ ਹੋ ਗਏ ਸਭਾ ਵਿੱਚ। ਬਿਦ ਨੀਕੀ ਸੋ ਕੀਨ ਸਲਾਮਾ। ਬੜੇ ਸੋਹਣੇ ਤਰੀਕੇ ਨਾਲ ਜਾ ਕੇ ਸਲਾਮ ਕੀਤੀ। ਮਰਜ਼ਾਦਾ ਪੁਰਸ਼ੋਤਮ ਹਨ, ਨਵਾਬ ਦਾ ਸਤਿਕਾਰ ਕੀਤਾ ਹੈ। ਸ੍ਰੀ ਗੁਰ ਦਿਸ ਨਿਰਪ ਦ੍ਰਿਸ਼ਟ ਬਿਲੋਕੀ। ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਵੱਲ ਜਿਸਲੇ ਦੌਲਤ ਖਾਨ ਨੇ ਤੱਕਿਆ ਤਾਂ ਜਾ ਕੀ ਮਤ ਸਰਦਾ ਤੇ ਫੋਕੀ। ਭਾਈ ਇਹ ਰਾਜੇ ਮਹਾਰਾਜੇ ਲੋਕਾਂ ਨੂੰ ਆਪਣਾ ਹੀ ਘਮੰਡ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਤੇ ਦੀ ਸ਼ਰਧਾ ਤੇ ਹੈ ਨਹੀਂ ਸੀ ਕੋਈ, ਫਿੱਕੀ ਮਤ ਸੀ ਸ਼ਰਧਾ ਤੋਂ ਬੋਲਿਆ ਹੈ। ਬੂਝਤ ਭਾ ਤੁਮਾਰ ਕੋ ਨਾਮਾ, ਪੁੱਛਦਾ ਹੈ ਜੀ ਤੁਹਾਡਾ ਨਾਮ ਕੀ ਹੈ ਜੀ? ਭੰਨੀਏ ਭੋ ਮੋਦੀ ਅਬਰਾਮਾ, ਇਹ ਮੇਰੇ ਮੋਦੀ ਸੁੰਦਰ ਜੋ ਤੁਹਾਡਾ ਨਾਮ ਹੈ ਮੈਨੂੰ ਉਚਾਰਨ ਕਰਕੇ ਦੱਸੋ। ਕਮਲ ਨੈਣ ਸੁਨ ਗਿਰਾ ਉਚਾਰੀ, ਕਮਲ ਸਰੀਖੇ ਨੇਤਰਾਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਬਚਨ ਕਰਕੇ ਦੱਸਿਆ ਇਸ ਨੂੰ। ਇਹ ਨਾਮ ਨਾਨਕ ਨਿਰੰਕਾਰੀ, ਕਹਿਣ ਲੱਗੇ ਨਵਾਬ ਸਾਹਿਬ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਇਹੋ ਮਹਾਰਾਜ ਨੇ ਬਚਨ ਕੀਤਾ ਹੈ ਜੀ। ਮੈਂ ਨਹ ਸਮਝਿਓ ਕਹਿਓ ਤੁਮਾਰੋ, ਕਹਿਣ ਲੱਗਾ ਕਿ ਜੀ ਤੁਹਾਡਾ ਕਿਹਾ ਹੋਇਆ ਮੈਂ ਸਮਝਿਆ ਨਹੀਂ ਜੀ, ਕੀ ਨਾਮ ਦੱਸਿਆ ਤੁਸਾਂ? ਸੰਗ ਮਿਆਨੇ ਫੇਰ ਉਚਾਰੋ, ਇੰਜ ਕਰੋ ਇਹ ਤੁਹਾਡੇ ਨਾਮ ਦੇ ਅਰਥ ਕੀ ਨੇ? ਸੰਗ ਮਾਇਨੇ ਕਹਿੰਦੇ ਅਰਥ ਦੇ ਸਹਿਤ, ਕਹਿੰਦੇ ਆਪਣਾ ਨਾਮ ਦੱਸੋ, ਇਹਦੇ ਅਰਥ ਕੀ ਨੇ ਤੁਹਾਡੇ ਨਾਮ ਦੇ? ਤਬ ਜੈ ਰਾਮ ਬੋਲਿਓ ਮਤ ਸਾਲੀ, ਤੋ ਭਾਈ ਇਹ ਵੀ ਤਾਂ ਅਕਲ ਦੇ ਘਰ ਸਨ ਭਈਆ ਜੈ ਰਾਮ ਜੀ। ਸੋ ਫਿਰ ਉਹ ਬੋਲੇ ਹਨ ਨਵਾਬ ਦੇ ਨਾਲ। ਬੀਚ ਪਾਰਸੀ ਰੀਤ ਸੁਮਾਲੀ, ਤੋ ਇਹਨਾਂ ਨੇ ਕਿਉਂਕਿ ਨਵਾਬ ਫਾਰਸੀ ਜਾਣਦਾ ਸੀ, ਭਈਆ ਜੈ ਰਾਮ ਜੀ ਕਹਿੰਦੇ ਫਾਰਸੀ ਦੀ ਮਰਜ਼ਾਦਾ ਜੀ, ਫਾਰਸੀ ਦੇ ਅੱਖਰਾਂ ਵਿੱਚ ਉਸ ਨੂੰ ਹੁਣ ਸਮਝਾਉਣ ਲੱਗਾ ਭਈ ਗੁਰੂ ਨਾਨਕ ਸਾਹਿਬ ਨਾਨਕ ਨਿਰੰਕਾਰੀ ਦੇ ਅਰਥ ਕਹਿੰਦੇ ਇਉਂ ਕਹਿੰਦੇ ਹਨ। ਬੇਸੁਬਹਾ ਜੋ ਬਿਨਾ ਨਮੂਨੇ, ਤੋ ਇਸ ਪ੍ਰਕਾਰ ਨਮੂਨੇ ਜਿਨ੍ਹਾਂ ਵਰਗਾ ਕੋਈ ਨਹੀਂ, ਅਦੁੱਤੀ ਜੋ ਹੈ ਪਰਮੇਸ਼ਵਰ ਖੁਦਾ ਰੂਪ ਹੈ, ਖੁਦਾ ਜੋ ਹੈ ਤੇ ਜਿਹੜਾ ਦਾ ਇਸ ਪ੍ਰਕਾਰ ਬੇਹਿਸਾਬ ਜੋ ਹਨ, ਬੇਗਿਣਤ ਹਨ ਜੋ। ਵੇਚ ਗੁਣ ਜਦ ਜਦ ਬੇਚੂਨੇ, ਇਸ ਪ੍ਰਕਾਰ ਜਜ਼ਦਾ ਜੋ ਖੁਦਾ ਜਿਹਨੂੰ ਤੁਸੀਂ ਕਹਿੰਦੇ ਆ, ਫਾਰਸੀ ਵਿੱਚ ਉਹਨੂੰ ਜਜ਼ਦਾ ਕਹੀਦਾ ਹੈ, ਜੋ ਮਾਲਿਕ ਵਾਹਿਗੁਰੂ ਪਰਮੇਸ਼ਵਰ ਸੋ ਬੇਹਿਸਾਬ ਹੈ, ਬੇਅੰਤ ਹੈ, ਜਿਹਦਾ ਕੋਈ ਸਾਨੀ ਨਹੀਂ ਹੈ, ਜੋ ਸਭ ਤੋਂ ਵੱਡਾ ਸਮਰੱਥ ਹੈ ਵਾਹਿਗੁਰੂ। ਨੇਤ ਨੇਤ ਕਹਿ ਬੇਦ ਕਤੇਬਾ, ਜਿਹਨੂੰ ਸਾਰੀਆਂ ਚਾਰੇ ਕਤੇਬਾਂ ਚਾਰੇ ਵੇਦ ਬੇਅੰਤ ਬੇਅੰਤ ਕਹਿੰਦੇ ਹਨ, ਜਿਸ ਦੇ ਤਾਈਂ ਲਖਿਓ ਨਾ ਕਿਨਹੂ ਕਰਤ ਹਸੇਬਾ, ਜਿਹਦਾ ਹਿਸਾਬ ਕਿਤਾਬ ਕਰਦਿਆਂ ਅਜੇ ਤੱਕ ਕਿਸੇ ਨੇ ਕੋਈ ਅੰਤ ਜਾਣਿਆ ਹੀ ਨਹੀਂ, ਜੋ ਬੇਅੰਤ ਵਾਹਿਗੁਰੂ ਹੈ। ਕਰਨਹਾਰ ਤਾਂ ਸਿਫਤੀ ਬੰਦਾ, ਉਸ ਖੁਦਾ ਦੀਆਂ ਸਿਫਤਾਂ ਕਰਨ ਵਾਲਾ ਬੰਦਾ, ਇਹ ਹੈ ਮੇਰਾ ਨਾਨਕ ਨਿਰੰਕਾਰੀ ਨਾਮ। ਇਹ ਜੈ ਰਾਮ ਜੀ ਨੇ ਫਾਰਸੀ ਦੇ ਵਿੱਚ ਨਵਾਬ ਨੂੰ ਸਮਝਾਇਆ। ਮੈਂ ਹੂੰ ਕਹਿ ਨਾਨਕ ਸੁਖ ਕੰਦਾ, ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੈਂ ਨਾਨਕ ਸੁਖ ਕੰਦਾ, ਸੁਖਾਂ ਦਾ ਦਾਤੇ ਵਾਹਿਗੁਰੂ ਜੀ ਦਾ ਜਸ ਕਰਨ ਵਾਲਾ ਹਾਂ। ਬਿਗਸਾ ਬਹੁ ਨਵਾਬ ਸੁਨ ਬਾਨੀ, ਇਹ ਬਚਨ ਸੁਣ ਕਰਕੇ ਨਵਾਬ ਬਹੁਤ ਖਿੜ ਕੇ ਹੱਸਿਆ। ਮਤ ਜਾ ਕੀ ਬਿਸ਼ਯਨ ਲਪਟਾਨੀ, ਇਹ ਹੁਣ ਰਾਜੇ ਮਹਾਰਾਜੇ ਲੋਕ ਆਮ ਤੌਰ ਤੇ ਵਿਸ਼ਿਆਂ ਵਿਕਾਰਾਂ ਵਿੱਚ ਪਰਚੇ ਰਹਿਣਾ, ਇਹਨਾਂ ਦੀ ਮਾਤੀ ਇਦਾਂ ਦੀ ਹੁੰਦੀ ਹੈ। ਕਰਤ ਕੁਤਰ ਕਹਿ ਬੋਲਿਓ ਬੈਨਾ, ਕਰ ਕੁਤਰਕ ਤੋਂ ਕਹਿੰਦੇ ਤਬ ਉਸ ਵੇਲੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਦੋਂ ਨਾਮ ਸੁਣਿਆ ਤੇ ਇਉਂ ਜਸ, ਇਹ ਵਾਹਿਗੁਰੂ ਦਾ ਬੰਦਾ ਜਸ ਕਰਨ ਵਾਲਾ ਬੰਦਾ, ਉਸ ਵੇਲੇ ਸੋ ਇਸ ਪ੍ਰਕਾਰ ਤਰਕ ਕਰਕੇ ਬੋਲਿਆ, ਕਹਿਣ ਲੱਗਾ ਅੱਗੋਂ ਏਦਾਂ। ਮੋਦੀ ਵਿਆਹ ਲਿਓ ਕਿਤ ਕੈ ਨਾ ਹੈ, ਕਹਿੰਦੇ ਨੇ ਇਸ ਪ੍ਰਕਾਰ ਸੋ ਦੇਖੋ ਜੈ ਰਾਮ ਜੀ ਨੂੰ ਕਹਿੰਦੇ ਨੇ ਵੀ ਇਹ ਮੋਦੀ ਜੀ ਦਾ ਕਹਿੰਦੇ ਵਿਆਹ ਕੀਤਾ ਕਿ ਨਹੀਂ ਕੀਤਾ ਹਲੇ? ਕਹਿ ਜੈ ਰਾਮ ਅਬ ਲੋ ਨਾ ਵਿਆਹ, ਤੋ ਕਹਿਣ ਲੱਗੇ ਜੈ ਰਾਮ ਜੀ ਕਹਿੰਦੇ ਅਜੇ ਇਹਨਾਂ ਦਾ ਵਿਆਹ ਤਾਂ ਨਹੀਂ ਕੀਤਾ ਹੈ ਜੀ। ਭਾਸਨ ਬੰਦ ਆਏ ਹੈ ਸਾਹ, ਤੋ ਇਸ ਪ੍ਰਕਾਰ ਰਿਸ਼ਤਾ ਹੋ ਗਿਆ ਹੈ, ਹੁਣ ਸਾਹ ਆਵੇਗਾ ਫਿਰ ਵਿਆਹ ਕਰ ਦੇਵਾਂਗੇ। ਤਬ ਪ੍ਰਤਾਪ ਕੋ ਪਾਏ ਅਲੰਬਾ, ਦੇਖੋ ਮਹਾਰਾਜ ਤੁਹਾਡੇ ਪ੍ਰਤਾਪ ਦਾ ਆਸਰਾ ਹੈ ਸਾਨੂੰ। ਹੋਏ ਵਿਆਹ ਅਬ ਕਛ ਨਾ ਬਿਲੰਬਾ, ਬਹੁਤੀ ਦੇਰ ਨਹੀਂ ਹੈ ਜੀ, ਹੁਣ ਵਿਆਹ ਵੀ ਹੋ ਜਾਵੇਗਾ ਤੁਹਾਡੀ ਕਿਰਪਾ ਦੇ ਨਾਲ। ਇਉਂ ਸਿਫਤ ਕੀਤੀ ਹੈ ਨਵਾਬ ਦੀ। ਅਸ ਸੁਨ ਬੋਲਿਓ ਦੌਲਤ ਖਾਨਾ, ਤੋ ਇਉਂ ਜਿਸਲੇ ਕਿਹਾ ਤੇ ਨਵਾਬ ਅੱਗੋਂ ਦੌਲਤ ਖਾਂ ਬੋਲਦਾ, ਕਹਿਣ ਲੱਗਾ ਸਿਫਤੀ ਬੰਦਾ ਨਿਜ ਹੈ ਬਖਾਨਾ, ਕਹਿੰਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਸਿਫਤੀ ਬੰਦਾ ਕਿਹਾ ਨਾ ਰੱਬ ਦਾ, ਸੋ ਸਤ ਬਾਤ ਤਬਹਿ ਲਉ ਬਰਨੀ, ਇਹ ਉਦੋਂ ਤੱਕ ਹੀ ਵਾਕ ਸੱਚਾ ਹੈ ਕਿਹਾ ਇਹਨਾਂ ਦਾ। ਜਬ ਲਉ ਘਰ ਮੈਂ ਆਏ ਨਾ ਤਰਨੀ, ਜਦੋਂ ਤੱਕ ਇਹਨਾਂ ਦੇ ਘਰ ਦੇ ਵਿੱਚ ਵਿਆਹ ਕੇ ਔਰਤ ਨਹੀਂ ਆ ਜਾਂਦੀ, ਉਦੋਂ ਤੱਕ ਹੀ ਰੱਬ ਦੀਆਂ ਸਿਫਤਾਂ ਵਾਲਾ ਹੈ। ਜਤੀ ਸਤੀ ਤਪਸੀ ਰਿਖ ਜੇਤੇ, ਰਿਸ਼ੀ ਮੁਨੀ ਜਤੀ ਸਤੀ ਤਪਸਵੀ ਜਿੰਨੇ ਵੀ ਲੋਕ ਹੋਏ ਹਨ, ਪਾਰ ਨਾ ਪਏ ਜਿਨਹਿ ਗਿਨੇ ਤੇ, ਜਿਨ੍ਹਾਂ ਦੀ ਗਿਣਤੀ ਨਹੀਂ ਆਉਂਦੀ ਹੈ, ਪਾਰ ਨਹੀਂ ਪਾਇਆ ਜਾਂਦਾ ਵੀ ਕਿੰਨੇ ਕੁ ਹੋਏ ਨੇ ਦੁਨੀਆ ਤੇ। ਦਰਸ ਅੰਗਨਾ ਜਾਰ ਮਹਾਨਾ, ਕਹਿੰਦੇ ਜਿਸ ਵੇਲੇ ਕਹਿੰਦੇ ਔਰਤ ਦਾ ਦਰਸ਼ਨ ਹੋ ਜਾਂਦਾ ਨਾ, ਸਾਰੇ ਰੱਬ ਦੀ ਸਿਫਤ ਛੱਡ ਪੈਂਦੇ ਆ। ਫਸੇ ਨਾ ਨਿਕਸਹਿ ਅਤ ਬਲਵਾਨਾ, ਵੱਡੇ ਵੱਡੇ ਬਲੀ ਬਲਵਾਨ ਜਤੀ ਤਪਸਵੀ ਜਿਹੜੇ ਨੇ ਔਰਤ ਤੋਂ ਕਹਿੰਦੇ ਫਸੇ ਹੋਏ ਨਿਕਲਦੇ ਹੀ ਨਹੀਂ ਹਨ, ਦੇਖੇ ਹਨ। ਬੋਲੇ ਨਾਨਕ ਸੁਨਤ
ਕੁਤਰਤਾ। ਕੁਤਰਕਾ ਕਹਿੰਦੇ ਖੋਟੀ ਤਰਕ ਸੁਣ ਕਰਕੇ ਸਾਹਿਬ ਗੁਰੂ ਨਾਨਕ ਸਾਹਿਬ ਪਰਮੇਸ਼ਰ ਖੁਦਾ ਰੂਪ ਹਨ, ਤਾਂ ਇਸ ਨੂੰ ਹੁਣ ਇਸ ਪ੍ਰਕਾਰ ਬਚਨ ਕਰਦੇ ਹਨ। ਸੁਣ, ਖੰਡਨ ਹਿਤ ਆਸੇ ਤਿਹ ਉਰਚਾ। ਉਹਦੇ ਹਿਰਦੇ ਵਿੱਚ ਇਹ ਜਿਹੜਾ ਨਿਸ਼ਚਾ ਬਣਿਆ ਸੀ ਨਾ, ਉਸ ਨੂੰ ਖੰਡਨ ਕਰਨ ਲਈ, ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇ ਬਚਨ ਕੀਤਾ। ਜਿਨ ਕੋ ਮਨ ਹਰ ਪ੍ਰੇਮਹਿ ਪੂਰਾ। ਜਿਹਨਾਂ ਦਾ ਮਨ, ਗੁਰੂ ਸਾਹਿਬ ਕਹਿੰਦੇ ਦੇਖ ਨਵਾਬ, ਜਿਹਨਾਂ ਦਾ ਮਨ ਅਕਾਲ ਪੁਰਖ ਪਰਮੇਸ਼ਵਰ ਦੇ ਪੂਰਨ ਪ੍ਰੇਮ ਵਿੱਚ ਜੁੜਿਆ ਹੁੰਦਾ ਹੈ, ਨਿਸ ਬਾਸੁਰ ਕਬ ਹੋਏ ਨਾ ਊਰਾ। ਦਿਨੇ ਰਾਤ ਜਿਹਨਾਂ ਦਾ ਹਿਰਦਾ ਰੱਬ ਦੇ ਪ੍ਰੇਮ ਤੋਂ ਕਦੇ ਖਾਲੀ ਨਹੀਂ ਹੁੰਦਾ, ਜਿਹਨਾਂ ਦਾ ਤਿਨ ਕੇ ਮਨ ਕਿਆ ਨਾਰ ਮਲੀਨੀ। ਉਹਨਾਂ ਦੇ ਹਿਰਦੇ ਵਿੱਚ ਕਹਿੰਦੇ ਜਿਹੜੀ ਗੱਲ ਤੂੰ ਕਹੀ ਆ ਨਾ, ਉਹਨਾਂ ਦੇ ਵਿਚਾਰ ਦੇ ਵਿੱਚ ਕਹਿੰਦੇ ਨੇ ਉਹ ਔਰਤ ਦਾ ਮੋਹ ਕੀ ਹੋਣਾ ਹੈ, ਜੋ ਦੁਰਗੰਧ ਹੈ ਭੀਨੀ। ਇਸ ਪ੍ਰਕਾਰ ਉਸ ਨਵਾਬ ਦੀ ਦ੍ਰਿਸ਼ਟੀ ਵਿੱਚ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਕੋਈ ਔਰਤ ਦਾ ਖੰਡਨ ਨਹੀਂ ਕਰਨ ਵਾਲੇ। ਮਹਾਰਾਜ ਪਰਮੇਸ਼ਵਰ ਦੀ ਪ੍ਰੀਤ ਜਿਹੜੀ ਹੈ ਉਸ ਦੀ ਵਡਿਆਈ ਦੱਸਣ ਲਈ ਕਹਿੰਦੇ ਨੇ, ਨਵਾਬ ਸਾਹਿਬ ਰੱਬ ਦੇ ਪ੍ਰੇਮ ਵਿੱਚ ਪੂਰਨ ਹਿਰਦੇ ਵਾਲੇ ਲੋਕਾਂ ਵਾਸਤੇ ਨਾਰ ਕੀ ਹੈ, ਔਰਤ ਦਾ ਸਰੀਰ ਕੀ ਹੈ, ਇਸ ਪ੍ਰਕਾਰ ਮਲੀਨ ਮੈਲਾ ਰਹਿੰਦਾ ਹੈ। ਅਸਤ ਰਕਤ ਮੱਝਾ ਪਲ ਬਾਰਾ। ਦੇਖੋ ਕੀ ਹੈ ਸਰੀਰ ਸਾਡੇ ਸਾਰਿਆਂ ਦੇ, ਕਹਿੰਦੇ ਹੱਡੀਆਂ ਨੇ, ਮਿੱਝ ਹੈ, ਖੂਨ ਹੈ, ਤੇ ਇਸ ਪ੍ਰਕਾਰ ਚਰਬੀ ਹੈ, ਤੇ ਉੱਪਰ ਮਾਸ ਹੈ ਇਸ ਦੇ। ਕਰ ਹੈ ਪ੍ਰੀਤ ਜੋ ਬਿਨਾ ਵਿਚਾਰਾ। ਜਿਹੜੇ ਲੋਕਾਂ ਨੂੰ ਵਿਚਾਰ ਨਹੀਂ ਰੱਬ ਦੇ ਪ੍ਰੇਮ ਦੀ, ਕਹਿੰਦੇ ਉਹ ਲੋਕ ਇਹੋ ਜਿਹੇ ਮੋਹ ਤੇ ਵਿਕਾਰਾਂ 'ਚ ਫਸਦੇ ਆ। ਜੋ ਵਿਚਾਰ ਕਰ ਦੇਖੇ ਗਿਆਨੀ। ਜਿਹੜੇ ਗਿਆਨਵਾਨ ਲੋਕ ਰੱਬ ਦੇ ਪ੍ਰੇਮ ਵਾਲੇ ਵਿਚਾਰ ਕੇ ਤੱਕਦੇ ਹਨ, ਜੋ ਇੱਕ ਹੈ ਵਸਤ ਨਾ ਨੀਕੀ ਜਾਨੀ। ਉਹਨਾਂ ਨੇ ਕੋਈ ਵੀ ਚੀਜ਼ ਇਸ ਸਰੀਰ ਵਿੱਚ ਚੰਗੀ ਨਹੀਂ ਜਾਣੀ ਹੈ। ਤਾਂ ਤੇ ਤਾਕੀ ਕਰਤ ਨਾ ਪ੍ਰੀਤਾ। ਇਸ ਵਾਸਤੇ ਉਹ ਲੋਕ ਜਿਹੋ ਜੀ ਤੁਹਾਡੀ ਦ੍ਰਿਸ਼ਟੀ ਹੈ ਨਾ ਨਵਾਬ ਜੀ, ਵਿਸ਼ਿਆਂ ਵਿਕਾਰਾਂ ਦੀ, ਇਹੋ ਜਿਹੀ ਦ੍ਰਿਸ਼ਟੀ ਰੱਖ ਕੇ ਕਦੇ ਵੀ ਪ੍ਰੀਤ ਨਹੀਂ ਕਰਦੇ। ਉਹ ਤਾਂ ਰੱਬ ਦੀ ਪ੍ਰੀਤ ਵਿੱਚ, ਸਭ ਦੇ ਵਿੱਚ ਰੱਬ ਦੀ ਜੋਤ ਜਾਣ ਕੇ ਪ੍ਰੇਮ ਕਰਨ ਵਾਲੇ ਹੁੰਦੇ ਆ। ਭਜ ਹੈ ਮੁਕੰਦ ਸੁਖ ਦੁਖੋ ਚੀਤਾ। ਇਸ ਪ੍ਰਕਾਰ ਉਹ ਆਪਣੇ ਮੁਕੰਦ ਮੁਕਤੀ ਦੇ ਦਾਤਾ ਵਾਹਿਗੁਰੂ ਪਰਮੇਸ਼ਵਰ ਦਾ ਹਮੇਸ਼ਾ ਭਜਨ ਕਰਦੇ ਹਨ, ਤੇ ਸੁੱਖਾਂ ਦੇ ਦਾਤੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਦੌਲਤ ਖਾਂ ਲੱਖ ਦਿੜ ਪ੍ਰਤੀਤਾ। ਦੌਲਤ ਖਾਂ ਐਸੀ ਰੱਬ ਦੀ ਪ੍ਰੀਤ ਹਿਰਦੇ 'ਚ ਜਣਾ ਦਿੱਤਾ ਕਿ ਜਿਸ ਤਰ੍ਹਾਂ ਰਾਜਾ ਸਾਹਿਬ ਤੂੰ ਕਹਿ ਦਿੱਤਾ ਨਾ, ਗੁਰੂ ਨਾਨਕ ਦਾ ਹਿਰਦਾ ਐਸਾ ਨਹੀਂ ਹੈ, ਇਹ ਡੋਲਣ ਵਾਲਾ ਨਹੀਂ। ਜਿਹੜੇ ਵੀ ਰੱਬ ਦੀ ਪ੍ਰੀਤ ਵਾਲੇ ਪੂਰਨ ਪ੍ਰੇਮ ਵਿੱਚ ਹੁੰਦੇ ਨੇ, ਉਹ ਇਸ ਤਰ੍ਹਾਂ ਨਾਲ ਡੋਕੋ ਡੋਲੇ ਨਹੀਂ ਖਾਂਦੇ, ਉਹ ਦ੍ਰਿੜ ਨਿਸ਼ਚੇ ਵਿੱਚ ਰੱਬ ਦੇ ਪਿਆਰ ਵਿੱਚ ਇਸ ਜੁੜੇ ਰਹਿੰਦੇ ਹਨ ਹਮੇਸ਼ਾ। ਬੋਲਿਓ ਖੋਏ ਦਰਬ ਤੂੰ ਨੀਤਾ। ਇਸ ਪ੍ਰਕਾਰ ਕਹਿਣ ਲੱਗਾ ਨਵਾਬ, ਹੁਣ ਦਿਲ ਦੀ ਗੱਲ ਨਿਕਲੀ, ਕਹਿੰਦੇ ਤੂੰ ਨਿਤ ਕਹਿੰਦੇ ਨੇ ਮੇਰਾ ਧਨ ਦਿੱਤਾ ਹੈ, ਤੂੰ ਗਵਾਉਂਦਾ ਹੈ ਇਸ ਤਰ੍ਹਾਂ। ਮੋਸੋਂ ਕਹੇ ਆਏ ਨਰ ਪੂਰਾ। ਮੈਨੂੰ ਬਹੁਤ ਲੋਕਾਂ ਨੇ ਆਣ ਕੇ ਦੱਸਿਆ ਹੈ ਕਿ ਤੁਸੀਂ ਤਾਂ ਬੈਠ ਕਰਕੇ ਦਾਨ ਕਰੀ ਜਦੋਂ ਧਨ ਗਵਾਉਂਦੇ ਹੋ ਹੱਟ ਤੇ ਬੈਠ ਕੇ ਮੋਦੀ ਤੇ। ਅਬ ਲੇਖਾ ਕਰ ਦੀਜੈ ਪੂਰਾ। ਹੁਣ ਇੰਜ ਕਰੋ, ਲੋਕਾਂ ਨੇ ਬਹੁਤਾਂ ਨੇ ਮੈਨੂੰ ਦੱਸਿਆ, ਹੁਣ ਮੇਰਾ ਲੇਖਾ ਹਿਸਾਬ ਪੂਰਾ ਕਰੋ, ਜਿੰਨਾ ਧਨ ਮੈਂ ਦਿੱਤਾ ਹੈ ਮੇਰਾ ਸਾਰਾ ਧਨ ਇੱਥੇ ਹੁਣੇ ਪੂਰਾ ਕਰੋ। ਇਸ ਪ੍ਰਕਾਰ ਨਵਾਬ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿਹਾ ਹੈ, ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਹੁਣ ਹਿਸਾਬ ਕਰਨਗੇ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਨਗੇ ਸਤ ਸੰਗਤ ਜੀ, ਉਹ ਹੁਣ ਆਪਾਂ ਅਗਲੇ ਸਮੇਂ ਦੇ ਵਿੱਚ ਸਰਵਣ ਕਰ ਸਕਾਂਗੇ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼, ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਸਾਡੇ ਹਿਰਦੇ ਵਿੱਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੀ ਦੇ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਦੌਲਤ ਖਾਂ ਲਖ ਦਿੜ ਪ੍ਰਤੀਤਾ। ਬੋਲਿਓ ਖੋਏ ਦਰਬ ਤੂੰ ਨੀਤਾ। ਮੋਸੋਂ ਕਹੇ ਆਏ ਨਰ ਪੂਰਾ। ਅਬ ਲੇਖਾ ਕਰ ਦੀਜੈ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।